ਸਤਨਾਮ ਸ਼੍ਰੀ ਵਾਹਿਗੁਰੂ ਜੀ ਚਉਪਈ। ਏਕ ਸਮੈ ਇਕ ਆਏ ਸੁਦਾਗਰ, ਸੰਗ ਤੁਰੰਗਨੇ ਚਪਲ ਉਜਾਗਰ। जब भूपत को आन दिखारे, रह रेज नर लख गुण वारे। एक समय एक आए सुदागर। वाहिगुरु जी का खालसा वाहिगुरु जी की फतेह। परम सत्कारयोग गुरु स्वरूप गुरु सवारे गुरु प्यारे सतगुरां दे साजे नवाजे गुरु खालसा साध संगत माई भाई जी। धन हन कलगीधर साहिब सच्चे पातशाह महाराज। दीन दुनिया दे राखे लोक परलोक दे विच साडी पत रखण वाले, साडी दस्तगीरी करन वाले, अमृत दियां महान दातां बख्शिश करके अमर कर देण वाले अपने प्यारिਆਂ ਨੂੰ ਸਾਰੇ ਸੰਸਾਰ ਦੇ ਦੁੱਖ ਆਪਣੀ ਝੋਲੀ ਵਿੱਚ ਪਾ ਕੇ ਸਾਰੇ ਸੰਸਾਰ ਦੇ ਸੁੱਖਾਂ ਨੂੰ ਸਾਨੂੰ ਆਪਣੇ ਧੀਆਂ ਪੁੱਤਰਾਂ ਨੂੰ ਬਖਸ਼ਣ ਵਾਲੇ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੇ ਕਿਤਨੇ ਪਰਉਪਕਾਰ ਹਨ ਸਾਡੇ ਉੱਪਰ, ਕਹੇ ਹੀ ਨਹੀਂ ਜਾ ਸਕਦੇ, ਕਥੇ ਹੀ ਨਹੀਂ ਜਾ ਸਕਦੇ, ਬੇਅੰਤ ਤੋਂ ਬੇਅੰਤ ਹਨ। ਇਹ ਜੋ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਹੈ, ਸਤਿਗੁਰਾਂ ਦੇ ਦਰਸ਼ਨ ਹੋ ਰਹੇ ਹੈ, ਇਹ ਵੀ ਕਲਗੀਧਰ ਪਿਤਾ ਜੀ ਦਾ ਸਾਡੇ ਉੱਤੇ ਵੱਡਾ ਪਰਉਪਕਾਰ ਹੀ ਹੈ। ਬਹੁਤ ਗੁਰਮੁਖ ਜਨ ਐਸੇ ਹਨ ਜਿਨ੍ਹਾਂ ਦੇ ਮਨ ਵਿੱਚ ਚਾਓ ਤਾਂ ਹੁੰਦਾ ਹੈ, ਤਾਂਘ ਲੱਗੀ ਰਹਿੰਦੀ ਹੈ ਦਰਸ਼ਨ ਕਰਨ ਦੀ, ਪਰ ਕਰਮਾਂ ਦੇ ਕਵਾੜ ਨਹੀਂ ਖੁੱਲ੍ਹਦੇ ਹਨ, ਜਿਸ ਕਰਕੇ ਉਹਨਾਂ ਦੇ ਮਨ ਦੀ ਰੀਝ, ਚਾਓ, ਸਰਧਾ, ਪਿਆਰ, ਖਿੱਚ ਉਹ ਮਨ 'ਚ ਹੀ ਰਹਿ ਜਾਂਦੀ ਹੈ। ਸੱਚੇ ਪਾਤਸ਼ਾਹ ਦਇਆ ਕਰਦੇ, ਆਪਣੇ ਜਾਣ ਕੇ ਮਿਹਰ ਕਰਦੇ ਹੈ, ਰਹਿਮਤ ਕਰਦੇ ਹੈ, ਤਾਂ ਇਹ ਸੋਹਣਾ ਸਮਾਂ ਸਤਿਗੁਰਾਂ ਦੇ ਚਰਨ ਪਰਸਨ ਦਾ ਪ੍ਰਾਪਤ ਹੁੰਦਾ ਹੈ। ਸੋ ਸੰਗਤ ਜੀ, ਆਪ ਸਾਰੇ ਮਾਈ ਭਾਈ ਵੱਡਿਆਂ ਭਾਗਾਂ ਵਾਲੇ ਹੋ ਰਹੇ ਹੋ, ਜੋ ਧੰਨ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਰਮ ਪਿਤਾ ਸਤਿਗੁਰੂ ਗਰੀਬ ਨਿਵਾਸ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਕੇ ਆਪਣੇ ਜੀਵਨ ਦਾ ਲਾਭ ਪ੍ਰਾਪਤ ਕਰ ਰਹੇ ਹੋ। ਹਜ਼ੂਰ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪਾਵਨ ਪਵਿੱਤਰ ਤਖਤ ਸਾਹਿਬ ਜੀ ਤੇ ਸਾਹਿਬਾਂ ਦੇ ਸਾਜੇ ਨਵਾਜੇ ਸਿੰਘ ਸਾਹਿਬ ਜੀ ਨੇ ਨਿਤਨੇਮ ਦੀ ਮਰਜ਼ਾਦਾ ਅਨੁਸਾਰ ਸਤਿਗੁਰਾਂ ਨੂੰ ਦੇਗਾਂ ਦੇ ਭੋਗ ਲਵਾਏ ਹੈ। ਉਪਰੰਤ ਇਹ ਜੋ ਪਿਛਲੇ ਪਹਿਰ ਦੇ ਦੀਵਾਨਾਂ ਵਿੱਚ ਗੁਰ ਇਤਿਹਾਸ ਦੀ ਕਥਾ ਗੁਰੂ ਕੀ ਸੰਗਤ ਨੂੰ ਸਰਵਣ ਕਰਵਾਈ ਜਾਂਦੀ ਹੈ, ਉਸ ਦੀ ਆਰੰਭਤਾ ਹੋ ਰਹੀ ਹੈ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅੰਮ੍ਰਿਤਮਈ ਕਥਾ ਸੰਗਤ ਜੀ ਚੱਲ ਰਹੀ ਹੈ। ਆਪ ਸਰਵਣ ਕਰ ਰਹੇ ਹੋ। ਇੱਕ ਜਗ੍ਹਾ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਗਏ ਸੀਗੇ ਤੇ ਸਤਿਗੁਰਾਂ ਨੇ ਵਾਚਨ ਕੀਤੇ ਸੀ, ਭਾਈ ਬਾਲਿਆ, ਭਾਈ ਮਰਦਾਨਿਆ, ਸੰਸਾਰ ਦੇ ਵਿੱਚ ਗਿਆਨਵਾਨ ਸੁਖੀ ਹੈ, ਬਾਕੀ ਸਾਰੇ ਦੁਖੀ ਹੈ। ਜਿਹਨੂੰ ਇਸ ਗੱਲ ਦੀ ਸੋਝੀ ਪੈ ਜਾਂਦੀ ਹੈ ਵੀ ਜੋ ਵੀ ਹੋ ਰਿਹਾ ਪਰਮੇਸ਼ਰ ਦੇ ਭਾਣੇ ਵਿੱਚ ਭਲਾ ਹੀ ਹੋ ਰਿਹਾ ਹੈ, ਉਹ ਸੁਖੀ ਹੈ, ਬਾਕੀ ਸਾਰੇ ਹੀ ਦੁੱਖ ਭੋਗਦੇ ਹਨ। ਇਸੇ ਪ੍ਰਕਾਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਸੀ, ਭਾਈ ਮਰਦਾਨੇ ਜੀ ਨੂੰ ਭੇਜਿਆ ਸੀ ਦੁੱਖ ਤੇ ਸੁੱਖ ਦੀ ਪੜਚੋਲ ਕਰਨ ਵਾਸਤੇ। ਤੇ ਇੱਕ ਸ਼ਾਹੂਕਾਰ, ਬਹੁਤ ਵੱਡਾ ਉਹਦਾ ਕਾਰੋਬਾਰ ਹੈ, ਤੇ ਉਸ ਨੂੰ ਵੇਖ ਕੇ ਭਾਈ ਮਰਦਾਨੇ ਨੇ ਆਪਣੇ ਮਨ ਵਿੱਚ ਵਿਚਾਰਿਆ ਵੀ ਇਹ ਤਾਂ ਬਹੁਤ ਸੌਖਾ ਹੋਵੇਗਾ, ਸੁਖੀ ਹੋਵੇਗਾ। ਪੁੱਛਿਆ ਜਾ ਕੇ, ਕਹਿਣ ਲੱਗਾ, ਸ਼ਾਹੂਕਾਰ ਜੀ ਤੁਸੀਂ ਤੇ ਬਹੁਤ ਸੁਖੀ ਹੋਵੋਗੇ। ਇਹ ਗੱਲ ਸੁਣਦਿਆਂ ਹੀ ਸ਼ਾਹੂਕਾਰ ਦੇ ਹਿਰਦੇ 'ਤੇ ਜਿਵੇਂ ਕੋਈ ਬਹੁਤ ਤਿੱਖੇ ਹਥਿਆਰ ਦਾ, ਬਰਸ਼ੀ ਦਾ ਵਾਰ ਕਰ ਦਿੰਦਾ, ਇਉਂ ਤੜਪਿਆ। ਕਹਿਣ ਲੱਗਾ, ਭਾਈ ਰੱਬ ਦਿਆ ਲੋਕਾ, ਜਿੰਨਾ ਮੈਂ ਦੁਖੀ ਹਾਂ, ਸ਼ਾਇਦ ਹੀ ਸੰਸਾਰ ਵਿੱਚ ਇੰਨਾ ਕੋਈ ਦੁਖੀ ਹੋਵੇ। ਫਿਰ ਉਸਨੇ ਆਪਣੀ ਵਾਰਤਾ ਸੁਣਾਈ ਸੀਗੀ ਕਿ ਮੈਂ ਇਸ ਕਰਕੇ ਦੁਖੀ ਹਾਂ, ਮੇਰਾ ਅਰਧ ਸਰੀਰੀ ਨਾਲ ਬਹੁਤ ਪਿਆਰ ਸੀ,
ਇੱਕ ਵਾਰ ਬਹੁਤ ਬਿਮਾਰ ਹੋ ਗਈ, ਬਚਣ ਦੀ ਕੋਈ ਆਸ ਨਾ ਰਹੀ। ਮੈਂ ਪੁੰਨਦਾਨ ਬੜੇ ਕੀਤੇ, ਅਰਦਾਸਾਂ ਕਰਾਈਆਂ, ਤੇ ਇੱਕ ਦਿਨ ਮੈਨੂੰ ਕਹਿਣ ਲੱਗੀ ਕਿ ਸ਼ਾਇਦ ਹੀ ਬਚਾਂ ਮੈਂ, ਕੋਈ ਬਚਣ ਦੇ ਆਸਾਰ ਤਾਂ ਨਹੀਂ ਹਨ, ਪਰ ਮੈਨੂੰ ਭੁੱਲ ਨਾ ਜਾਣਾ। ਕਹਿੰਦਾ ਮੈਂ ਵੇਗ ਦੇ ਵਿੱਚ ਆ ਕੇ ਆਪਣੇ ਸ਼ਰਲੇ ਵਾਲੇ ਜਿਹੜੀ ਰਸਤਾ ਸੀਗਾ ਉਹਨੂੰ ਵੱਢ ਹੀ ਦਿੱਤਾ ਸਰੀਰ ਨਾਲ। ਉਹ ਬਚ ਗਈ, ਤੰਦਰੁਸਤ ਹੋ ਗਈ, ਤੇ ਹੁਣ ਮੇਰਾ ਉਹਦਾ ਜਿਹੜਾ ਸੰਬੰਧ ਹੈ ਉਹ ਨਹੀਂ ਰਿਹਾ, ਉਹ ਪਿਆਰ ਜਿਹੜਾ ਤਕਰਾਰ ਵਿੱਚ ਬਦਲ ਗਿਆ ਹੈ। ਇਸ ਤਰ੍ਹਾਂ ਇਹ ਭਾਈ ਮਰਦਾਨੇ ਜੀ ਨੇ ਵਚਨ ਸੱਚੇ ਪਾਤਸ਼ਾਹ ਨੂੰ ਕਹੇ ਸੀ, ਦੱਸੇ ਸੀਗੇ। ਨਾਲ ਉਸ ਸ਼ਾਹੂਕਾਰ ਨੂੰ ਵੀ ਭਾਈ ਮਰਦਾਨੇ ਨੇ ਕਿਹਾ ਸੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀਨ ਦੁਨੀਆ ਦੇ ਮਾਲਕ ਹੈ, ਤੂੰ ਆਪਣਾ ਦੁੱਖ ਉਹਨਾਂ ਦੇ ਪਾਸ ਦੱਸੀ, ਫਰਿਆਦ ਕਰੀ, ਤੂੰ ਠੀਕ ਹੋ ਜਾਵੇਂਗਾ। ਤੇ ਇਸ ਤਰ੍ਹਾਂ ਗਰੀਬ ਨਵਾਜ ਪਾਤਸ਼ਾਹ ਨੇ ਫਿਰ ਦੁਖੀਆਂ ਦੇ ਪਰਥਾਏ ਸਾਧ ਸੰਗਤ ਜੀ ਸਾਰਾ ਇਹ ਸ਼ਬਦ ਉਚਾਰਨ ਕੀਤਾ ਸੀ ਵੀ ਅੱਜ ਰਾਜਾ ਐਡਾ ਵੱਡਾ ਹੋਇਆ ਹੈ, ਉਹਨੂੰ ਵੀ ਇੰਦਰਮਤੀ ਦੇ ਵਿਛੋੜੇ ਵਿੱਚ ਬਹੁਤ ਰੋਣਾ ਪਿਆ। ਫਿਰ ਭੀਖ ਸਾਧੂ ਨੂੰ ਪਾ ਕੇ ਲਿੱਦ ਦੀ ਆਪਣੇ ਦਾਨ ਨੂੰ ਖਾ ਕੇ ਉਹਨੂੰ ਰੋਣਾ ਪਿਆ। ਪਾਂਡਵ ਜਿਹੜੇ ਮਜ਼ਦੂਰ ਬਣ ਕੇ ਰੋਏ, ਰੋਵੇ ਰਾਮ ਨਿਕਾਲਾ ਭਇਆ, ਸੀਤਾ ਲక్ష్మణ ਵਿਛੜ ਗਿਆ। ਇਹ ਸਾਰੇ ਜਿਤਨੇ ਹੋਏ ਹੈ ਸਾਰਿਆਂ ਦਾ ਪਰਸਰਾਮ ਰੋਵੇ ਘਰੇ ਆਇਆ ਆਦਿਕ, ਤੇ ਇਹ ਸਾਰੇ ਰੋਣ ਵਾਲੇ ਜਿਹੜੇ ਵੱਡੇ ਵੱਡੀਆਂ ਮਹਾਨ ਯੋਧੇ ਸੂਰਮੇ ਹਠੀ ਤਪਸਵੀ ਹੋਏ ਹੈ, ਉਹਨਾਂ ਨੂੰ ਵੀ ਇੱਥੋਂ ਰੋਕ ਹੀ ਜਾਣਾ ਪਿਆ ਹੈ, ਕਿਉਂਕਿ ਨਾਮ ਤੋਂ ਵਿਹੀਣੇ, ਗਿਆਨ ਤੋਂ ਵਿਹੀਣੇ, ਜਿਨ੍ਹਾਂ ਨੂੰ ਗਿਆਨ ਨਹੀਂ ਹੈ ਉਹ ਸਾਰੇ ਹੀ ਰੋਂਦੇ ਐ ਸੰਸਾਰ ਦੇ ਵਿੱਚ, ਗਿਆਨਵਾਨ ਨਹੀਂ ਰੋਂਦੇ ਹਨ। ਭਾਈ ਭਗਤ ਭਿਖਾਰੀ ਜੀ ਵਰਗੇ ਆਪਣੇ ਪੁੱਤਰ ਦਾ ਵਿਆਹ ਵੀ ਹੱਥੀਂ ਕਰਦੇ ਐ, ਨਹੁੰ ਵੀ ਬਹੂ ਵੀ ਲਿਆਉਂਦੇ ਐ, ਪੁੱਤਰ ਦਾ ਸੰਸਕਾਰ ਵੀ ਹੱਥੀਂ ਕਰਦੇ ਐ, ਪਰ ਪ੍ਰਸੰਨ ਰਹਿੰਦੇ। ਉਹਦੇ ਮਿਰਤਕ ਦਾ ਸਾਰਾ ਹੀ ਸਮਾਨ ਪਹਿਲਾਂ ਹੀ ਤਿਆਰ ਕਰ ਲੈਂਦੇ। ਜਿਨ੍ਹਾਂ ਨੂੰ ਤਾਂ ਇਹ ਗਿਆਨ ਹੈ ਵੀ ਇਹ ਭਾਣਾ ਹੈ ਅਕਾਲ ਪੁਰਖ ਦਾ, ਇਹਨੂੰ ਕੋਈ ਮੇਟ ਨਹੀਂ ਸਕਦਾ, ਮੋੜ ਨਹੀਂ ਸਕਦਾ, ਉਹ ਤੇ ਪ੍ਰਸੰਨ ਖਿੜੇ ਮੱਥੇ ਉਹਦੇ ਭਾਣੇ ਨੂੰ ਮੰਨਦੇ ਐ, ਤੇ ਜਿਹੜੇ ਉਹਦੇ ਭਾਣੇ ਨੂੰ ਨਹੀਂ ਮੰਨਦੇ ਉਹ ਰੋਂਦੇ ਹਨ। ਕੱਲ੍ਹ ਆਪ ਜੀ ਨੇ ਪ੍ਰਸੰਗ ਸੁਣ ਰਹੇ ਸੀਗੇ ਕਿ ਜਿਹੜਾ ਰਾਜਾ ਜਨਮੇਜਾ ਜੀ ਹੋਏ ਹੈ, ਪਾਂਡਵਾਂ ਦੀ ਕੁਲ ਵਿੱਚੋਂ ਹੋਏ ਹੈ, ਤੇ ਇੱਕ ਦਿਨ ਇਹਨਾਂ ਨੇ ਆਪਣੇ ਵੱਡੇ ਬਜ਼ੁਰਗ ਵੇਦ ਵਿਆਸ ਜੀ ਨੂੰ ਇਹ ਬੇਨਤੀ ਕੀਤੀ ਸੀਗੀ ਕਿ ਮਹਾਰਾਜ ਤੁਸੀਂ ਤਿੰਨਾਂ ਕਾਲਾਂ ਦੇ ਗਿਆਤਾ ਹੋ, ਇੱਕ ਗੱਲ ਦੀ ਮੈਨੂੰ ਸਮਝ ਨਹੀਂ ਪੈਂਦੀ, ਸਾਡੇ ਵੱਡੇ ਬਜ਼ੁਰਗ ਜਿਨ੍ਹਾਂ ਵਿੱਚ ਧਰਮ ਦੇ ਪੁੱਤਰ ਯੁਧਿਸ਼ਟਰ ਜੀ ਹੋਏ ਹੈ, ਭੀਮ ਜੀ ਹੋਏ ਹੈ, ਅਰਜਨ ਜੀ ਹੋਏ ਹੈ, ਧੰਨ ਕਲਗੀਧਰ ਪਾਤਸ਼ਾਹ ਨੇ ਮਹਾਰਾਜ ਨੇ ਤਾਂ ਅਰਜਨ ਨੂੰ ਮਨੁੱਖਾਂ ਦੇ ਵਿੱਚ ਅਵਤਾਰ ਮੰਨਿਆ ਹੈ, ਨਰ ਅਵਤਾਰ ਅਰਜਨ ਦਾ ਮੰਨਿਆ ਹੈ। ਤੇ ਇਸ ਤਰ੍ਹਾਂ ਨਕੁਲ ਸਹਦੇਵ, ਇਹ ਪੰਜੇ ਪਵਿੱਤਰ ਆਤਮਾਵਾਂ ਸੀਗੀਆਂ। ਇਹਨਾਂ ਨੇ ਜੂਆ ਕਿਉਂ ਖੇਡਿਆ, ਇਹਨਾਂ ਦੀ ਮੱਤ ਤੇ ਪਰਦਾ ਕਿਉਂ ਪੈ ਗਿਆ, ਘਰਵਾਲੀ ਆਪਦੀ ਦ੍ਰੋਪਦੀ ਜੂਏ ਵਿੱਚ ਕਿਉਂ ਲਾ ਦਿੱਤੀ, ਕਿਉਂ ਹਾਰ ਗਏ, ਜੰਗਲਾਂ ਵਿੱਚ ਕਿਵੇਂ ਗਏ, ਧੱਕੇ ਖਾਣੇ ਪਏ, ਇਹ ਸਾਰਾ ਜਿਹੜੀ ਸੀ ਵਾਰਤਾ ਕੀਤੀ। ਅੱਗੋਂ ਵੇਦ ਵਿਆਸ ਜੀ ਕਹਿਣ ਲੱਗੇ, ਰਾਜਨ ਜੋ ਮੱਥੇ ਦੇ ਕਰਮ ਹੁੰਦੇ ਆ ਇਹ ਟਲਦੇ ਨਹੀਂ ਹਨ, ਲੇਖ ਨਾ ਮਿਟਿਓ ਹੈ ਸਖੀ ਜੋ ਲਿਖਿਆ ਕਰਤਾਰ, ਕਰੀ ਲੋਹ ਕਲਮੰਗ ਲਿਖਿਓ ਲੇਖ ਮਾਥੰਗ। ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਕਰਮਾਂ ਦੇ ਅੱਖਰ ਮੱਥੇ ਦੇ ਕਾਗਜ਼ 'ਤੇ ਵਾਹ ਦਿੰਦਾ ਹੈ, ਤੇ ਉਹਨੂੰ ਕੋਈ ਟਾਲ ਨਹੀਂ ਸਕਦਾ। ਸਤ ਕਰਕੇ ਮੰਨਣਾ ਹਸਤਾਂ ਕਿ ਨਾ ਕਿਉਂ ਸਰਨਾਗਤ ਜਈਆ, ਜਿਹੜਾ ਭਾਣਾ ਬੀਤਣਾ ਪਤਾ ਹੀ ਹੈ ਬੀਤ ਹੀ ਜਾਣਾ, ਤੇ ਹੱਸ ਕੇ ਕਿਉਂ ਨਾ ਉਹਨੂੰ ਮੰਨਿਆ ਜਾਵੇ, ਕਿਉਂ ਮਰਲਾਪ ਦੁਹੱਥੜਾ ਮਾਰ ਕੇ ਕੀਤਾ ਜਾਵੇ। ਇਹ ਜਿਸ ਵੇਲੇ ਬਚਨ ਹੋਏ ਰਾਜਾ ਜਨਮੇਜਾ ਜੀ ਨੇ ਕਹੇ ਵੇਦ ਵਿਆਸ ਜੀ ਨੂੰ ਵੀ ਕਿਉਂ ਇਹ ਸਾਰਾ ਕਰਮ ਕੀਤਾ ਜਿਹਦੇ ਨਾਲ ਉਹਨਾਂ ਨੂੰ ਦੁੱਖ ਭੋਗਣਾ ਪਿਆ। ਅੱਗੋਂ ਵੇਦ ਵਿਆਸ ਜੀ ਕਹਿਣ ਲੱਗੇ, ਰਾਜਨ ਜੋ ਲੇਖ ਲਿਖੇ ਹੁੰਦੇ ਆ ਉਹਨਾਂ ਦਾ ਟਾਲਾ ਨਹੀਂ ਹੁੰਦਾ, ਉਹ ਭੋਗਣੇ ਹੀ ਪੈਂਦੇ ਆ। ਉਹ ਗਿਆਤਾ ਸੀਗੇ ਤਿੰਨ ਕਾਲ ਦੇ, ਪਰ ਲੇਖਾਂ ਦੇ ਅੱਗੇ ਉਹਨਾਂ ਨੇ ਸਿਰ ਝੁਕਾਇਆ, ਜੋ ਲਿਖਿਆ ਸੀ ਉਹਨੂੰ ਭੋਗਿਆ। ਤੇ ਮੈਂ ਤੈਨੂੰ ਦੱਸ ਦਿੰਦਾ ਹੈ
ਤੇਰੇ ਨਾਲ ਭਾਣਾ ਕੀ ਵਰਤਣਾ, ਤੂੰ ਹੁਣ ਸੋਚ ਲਈ ਸਮਝ ਲਈ ਕਿਵੇਂ ਬਚਾਇਆ ਜਾਂਦਾ, ਤੈਨੂੰ ਆਪਣੇ ਆਪ ਨੂੰ ਬਚਾ ਲਈ। ਕਹਿਣ ਲੱਗਾ ਮਹਾਰਾਜ ਦੱਸੋ। ਵੇਦ ਵਿਆਸ ਜੀ ਕਹਿਣ ਲੱਗੇ ਰਾਜਨ ਤੂੰ ਘੋੜੀ ਖਰੀਦਣੀ ਹੈ ਤੇ ਉਹਦੇ ਤੇ ਸਵਾਰ ਹੋ ਕੇ ਸ਼ਿਕਾਰ ਖੇਡਣ ਵਾਸਤੇ ਜਾਣਾ ਹੈ। ਦੱਖਣ ਵਾਲੇ ਪਾਸੇ ਨੂੰ ਬਹੁਤ ਦੂਰ ਲੰਬਾ ਨਿਕਲ ਜਾਣਾ ਹੈ ਤੇ ਉੱਥੇ ਸ਼ਿਕਾਰ ਖੇਡਦੇ ਤੂੰ ਇਕੱਲੇ ਹੀ ਰਹਿ ਜਾਣਾ, ਫੌਜ ਪਿੱਛੇ ਹਟ ਜਾਣੀ, ਸਾਰੀ ਰਹਿ ਜਾਣੀ ਹੈ। ਥੱਕ ਕੇ ਤੂੰ ਸਰੋਵਰ ਦੇ ਕਿਨਾਰੇ ਤੇ ਸੌਂ ਜਾਣਾ ਹੈ ਘੋੜੀ ਬੰਨ੍ਹ ਕੇ। ਸਰੋਵਰ ਦੇ ਵਿੱਚੋਂ ਘੋੜਾ ਨਿਕਲੇਗਾ ਤੇ ਉਹ ਤੇਰੀ ਘੋੜੀ ਦੇ ਨਾਲ ਮਿਲਾਪ ਕਰੇਗਾ, ਜਿਸ ਤੋਂ ਬੱਚਾ ਹੋਵੇਗਾ ਚਿੱਟੇ ਰੰਗ ਦਾ, ਕੰਨ ਉਹਦੇ ਕਾਲੇ ਹੋਣਗੇ ਘੋੜੇ ਦੇ ਵਿਸ਼ੇਰੇ ਦੇ। ਉਹਦੀ ਖੁਸ਼ੀ ਦੇ ਵਿੱਚ ਤੂੰ ਯੱਗ ਕਰੇਗਾ ਬਹੁਤ ਵੱਡਾ ਭਾਰੀ, ਤੇ ਯੱਗ ਦੇ ਵਿੱਚ ਇਹ ਜੀ ਹਰਕਤ ਹੋਵੇਗੀ ਜਿਹਦੇ ਨਾਲ ਹਾਸੀ ਹੋਵੇਗੀ, ਤੇ ਤੂੰ ਫਿਰ ਹਾਸੀ ਦਾ ਮਜਮਾ ਬਣਾਉਣ ਵਾਲੇ ਜਿਹੜੇ ਲੋਕ ਹੈ ਪੰਡਤ ਵਿਦਵਾਨ, ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਮਰਵਾਏਗਾ ਤੇ ਉਹਨਾਂ ਦੇ ਮਰਨ ਦੇ ਨਾਲ ਸਾਰੀ ਦੁਨੀਆ ਵਿੱਚ ਤੇਰੀ ਬੇਪਤੀ ਹੋਵੇਗੀ ਔਰ ਤੇਰੀ ਮੌਤ ਦਾ ਕਾਰਨ ਉਹੀ ਬਣੇਗਾ। ਇਹ ਬਚਨ ਸੁਣੇ ਹਨ ਰਾਜਾ ਜਨਮੇਜਾ ਜੀ ਨੇ ਵੇਦ ਵਿਆਸ ਜੀ ਦੇ, ਤੇ ਇਹ ਮਨ ਵਿੱਚ ਧਾਰ ਲਿਆ ਵੀ ਆਪਾਂ ਘੋੜੀ ਤਾਂ ਕੀ ਘੋੜਾ ਵੀ ਨਹੀਂ ਖਰੀਦਣਾ। ਸੋ ਘੋੜੇ ਨਹੀਂ ਖਰੀਦ ਰਹੇ। ਪੁਰਾਣੇ ਸਮੇਂ ਦੇ ਵਿੱਚ ਚਤਰੰਗਣੀ ਫੌਜ ਮੰਨੀ ਜਾਂਦੀ ਸੀਗੀ, ਇੱਕ ਪੈਦਲ ਫੌਜ ਹੋਣੀ, ਇੱਕ ਇਸੇ ਤਰ੍ਹਾਂ ਊਂਠਾਂ ਘੋੜਿਆਂ ਦੀ ਫੌਜ ਹੋਣੀ, ਇੱਕ ਹਾਥੀਆਂ ਦੀ ਫੌਜ ਹੋਣੀ, ਇੱਕ ਰਥਾਂ ਦੀ ਫੌਜ ਹੋਣੀ, ਰਥਾਂ 'ਤੇ ਸਵਾਰ ਹੋ ਕੇ ਫੌਜ ਨੇ ਚੱਲਣਾ। ਘੋੜੇ ਪੁਰਾਣੇ ਜਿਹੜੇ ਹੋ ਕੇ ਮਰਨ ਲੱਗ ਪਏ, ਨਵੇਂ ਖਰੀਦੇ ਨਾ, ਘਾਟਾ ਪੈ ਗਿਆ ਬਹੁਤ ਜ਼ਿਆਦਾ ਫੌਜ ਵਿੱਚ ਘੋੜਿਆਂ ਦਾ। ਇੱਕ ਦਿਨ ਵਜ਼ੀਰ ਕਹਿਣ ਲੱਗਾ, ਕਹਿੰਦਾ ਮਹਾਰਾਜ ਤੁਹਾਨੂੰ ਵਿਆਸ ਜੀ ਨੇ ਘੋੜੀ ਖਰੀਦਣ ਤੋਂ ਮਨਾ ਕੀਤਾ ਸੀ, ਘੋੜਿਆਂ ਤੋਂ ਤਾਂ ਨਹੀਂ ਕੀਤਾ। ਫੌਜ ਦੇ ਪਾਸ ਘੋੜੇ ਬਹੁਤ ਘੱਟ ਰਹਿ ਗਏ, ਉਹ ਵੀ ਕੁਝ ਸਮੇਂ ਤੋਂ ਬਾਅਦ ਮਰ ਜਾਣਗੇ, ਤੇ ਸ਼ਕਤੀ ਜਿਹੜੀ ਹੈ ਕਿਸੇ ਵੀ ਰਾਜੇ ਦੀ ਉਹਦੀ ਫੌਜ ਦੀ ਸ਼ਕਤੀ ਦੇ ਨਾਲ ਹੀ ਸ਼ਕਤੀ ਹੁੰਦੀ ਹੈ, ਤੇ ਤੁਸੀਂ ਘੋੜੇ ਖਰੀਦਣੇ ਮਨਾ ਕਰ ਦਿੱਤੇ। ਦੂਸਰਾ ਉਹ ਘੋੜਿਆਂ ਦੇ ਸੌਦਾਗਰ ਜਿਹੜੇ ਹਨ ਦੇਸ਼ਾਂ ਵਿਦੇਸ਼ਾਂ ਵਿੱਚੋਂ ਚੰਗੇ ਚੰਗੇ ਘੋੜੇ ਤੁਹਾਡੇ ਪਾਸ ਲੈ ਕੇ ਆਉਂਦੇ, ਮਹਾਨ ਰਾਜੇ ਹੋ ਤੁਸੀਂ, ਆਇਆਂ ਨੂੰ ਤੁਸੀਂ ਮੋੜ ਦਿੰਦੇ ਹੋ, ਵਿਚਾਰੇ ਦਿਲਗੀਰ ਹੋ ਕੇ ਬੁਰਾ ਮਹਿਸੂਸ ਕਰਦੇ ਹੋਏ ਮੁੜ ਕੇ ਜਾਂਦੇ ਆ। ਘੋੜੀ ਨਾ ਖਰੀਦਿਓ, ਘੋੜੇ ਖਰੀਦਣੇ ਸ਼ੁਰੂ ਕਰ ਲਓ। ਵਜ਼ੀਰ ਦੀ ਗੱਲ ਚੰਗੀ ਲੱਗੀ ਰਾਜੇ ਜਨਮੇਜੇ ਜੀ ਨੂੰ, ਘੋੜੇ ਖਰੀਦਣੇ ਸ਼ੁਰੂ ਕਰ ਦਿੱਤੇ। ਇੱਕ ਤੋਂ ਇੱਕ ਆਲਾ ਘੋੜਾ ਖਰੀਦਿਆ, ਬਹੁਤ ਸੋਹਣੇ ਸੁੰਦਰ ਭਰਤੀ ਹੋ ਗਈ ਘੋੜਿਆਂ ਦੀ। ਇਸ ਤੋਂ ਅੱਗੇ ਦਾ ਪ੍ਰਸੰਗ ਜਿਹੜਾ ਹੈ ਸੰਗਤ ਜੀ ਉਹ ਹੁਣ ਆਰੰਭ ਹੋ ਰਿਹਾ ਹੈ। ਭਾਵੀ ਜਿਹੜੀ ਹੈ ਨਾ ਇਹ ਟਲਦੀ ਨਹੀਂ ਹੈ, ਭੋਗੇ ਬਿਨ ਭਾਗੇ ਨਹੀਂ, ਕੋਈ ਭੱਜ ਨਹੀਂ ਸਕਦਾ ਭੋਗੇ ਤੋਂ ਬਿਨਾਂ। ਗੁਰੂ ਕਿਰਪਾ ਕਰਦੇ ਆ, ਬਖਸ਼ਿਸ਼ ਕਰਦੇ ਆ, ਮਿਹਰ ਕਰਦੇ ਆ, ਇੱਕ ਤਾਂ ਹੌਸਲਾ ਦਿੰਦੇ ਆ। ਜੇ ਭਾਵੀ ਮੇਟਣ ਦੇ ਕੀ ਸਮਰੱਥ ਨਹੀਂ ਸੀ, ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦਸਾਂ ਹੀ ਪਾਤਸ਼ਾਹੀਆਂ ਦਾ ਇਤਿਹਾਸ ਦੇਖ ਲਈਏ, ਸਤਿਗੁਰਾਂ ਦੇ 4 ਸਾਹਿਬਜ਼ਾਦੇ ਸੀ, ਇੱਕ ਵੀ ਬਚਾ ਸਕਦੇ ਸੀ, ਪਰ ਭਾਣਾ ਹੀ ਇਸ ਤਰ੍ਹਾਂ। ਮਰੇ ਨਾਮ ਦਾ ਕਪਤਾਨ ਹੋਇਆ ਹੈਗਾ ਸੰਗਤ ਜੀ, ਜਿਸ ਨੇ ਖਾਲਸੇ ਦਾ ਪਹਿਲਾ ਇਤਿਹਾਸ ਲਿਖਿਆ। ਸਰਦਾਰ ਮਹਿਤਾਬ ਸਿੰਘ ਜੀ, ਜਿਨ੍ਹਾਂ ਨੇ ਮੱਸੇ ਪਾਮਰ ਨੂੰ ਕੀਤੇ ਹੋਏ ਦੀ ਸਜ਼ਾ ਦਿੱਤੀ ਸੀ, ਹਰਿਮੰਦਰ ਸਾਹਿਬ ਦੇ ਅੰਦਰ ਹੀ ਝਟਕ ਦਿੱਤਾ ਸੀਗਾ ਕੰਜਰੀ ਨਚਾਉਂਦੇ ਨੂੰ, ਤੰਬਾਕੂ ਪੀਂਦੇ ਨੂੰ, ਹੁੱਕਾ ਪੀਂਦੇ ਨੂੰ। ਉਹਨਾਂ ਦੇ ਪੋਤਰੇ ਹੋਏ ਹੈ ਭਾਈ ਰਤਨ ਸਿੰਘ ਜੀ, ਤੇ ਉਹਨਾਂ ਨੇ ਉਹ ਇਤਿਹਾਸ ਮਰੇ ਕਪਤਾਨ ਨੂੰ ਲਿਖਾਇਆ। ਗੁਰੂ ਨਾਨਕ ਪਾਤਸ਼ਾਹ ਦੀਆਂ ਮਹਾਨਤਾਂ ਲਿਖਾਈਆਂ, ਦਸਾਂ ਹੀ ਪਾਤਸ਼ਾਹੀਆਂ ਦਾ ਸੰਖੇਪ ਦੇ ਵਿੱਚ ਹਾਲ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਸਤਿਗੁਰ ਮੇਰਾ ਮਾਰ ਜੀ ਵਾਲਾ, 5 ਪਿਆਰਿਆਂ ਨੂੰ ਅੰਮ੍ਰਿਤ ਦੀਆਂ ਦਾਤਾਂ ਦੇਣੀਆਂ ਆਦਿਕ। ਫਿਰ 4 ਸਾਹਿਬਜ਼ਾਦਿਆਂ ਦਾ ਸ਼ਹੀਦੀ ਪ੍ਰਸੰਗ। ਮਰੇ ਕਪਤਾਨ ਕਹਿਣ ਲੱਗਾ ਸਰਦਾਰ ਰਤਨ ਸਿੰਘ ਜੀ ਨੂੰ, ਅਸੀਂ ਅੰਗਰੇਜ਼ ਲੋਕ ਜਿੱਥੇ ਜਾਂਦੇ ਹਾਂ ਉੱਥੋਂ ਦੀ ਹਿਸਟਰੀ ਲਿਖਦੇ ਹਾਂ ਤੇ ਸੱਚਾਈ ਚੁਣਦੇ ਹਾਂ, ਵੀ ਕੋਈ ਝੂਠ ਤਾਂ ਨਹੀਂ ਬੋਲਦਾ, ਸਹੀ ਲਿਖਾ ਰਿਹਾ ਹੈ।
ਜਾਂ ਤਾਂ ਤੁਹਾਡੇ ਗੁਰੂ ਸ਼ਕਤੀਵਾਨ ਨਹੀਂ ਸੀ, ਇਹ ਤੁਸੀਂ ਝੂਠ ਬੋਲਦੇ ਹੋ। ਜੇ ਸ਼ਕਤੀਵਾਨ ਹੁੰਦੇ ਤੇ ਚਾਰੇ ਹੀ ਸਾਹਿਬਜ਼ਾਦੇ ਕਿਉਂ ਸ਼ਹੀਦ ਕਰਵਾ ਲੈਂਦੇ, ਇੱਕ ਕਿਉਂ ਨਾ ਰੱਖ ਲਿਆ ਆਪਣੀ ਵੰਸ ਅੱਗੇ ਚਲਾਉਣ ਵਾਸਤੇ। ਸਰਦਾਰ ਰਤਨ ਸਿੰਘ ਜੀ ਨੇ ਉੱਤਰ ਦਿੱਤਾ ਸੀ, ਕਹਿਣ ਲੱਗੇ, ਮਰੇ ਸਾਹਿਬ, ਗੁਰੂ ਮੇਰਾ ਸਮਰੱਥ ਹੈ। ਮਰਿਆਂ ਨੂੰ, ਮਨੁੱਖਾਂ ਨੂੰ ਤੇ ਕੀ ਪਸ਼ੂ ਪੰਛੀਆਂ ਨੂੰ ਵੀ ਜਿਉਂਦਾ ਕੀਤਾ। ਸਤਿਗੁਰਾਂ ਨੇ ਐਸਾ ਇਤਿਹਾਸ ਹੈ ਕਲਗੀਧਰ ਪਾਤਸ਼ਾਹ ਮਹਾਰਾਜ ਦਾ। ਗੁਰੂ ਨਾਨਕ ਸਾਹਿਬ ਜੀ ਦਾ ਵੀ ਆਉਂਦਾ, ਦਿੱਲੀ ਗਏ ਸੀਗੇ ਤੇ ਉੱਥੇ ਹਥਵਾਨ ਹਾਥੀ ਤੇ ਬੈਠ ਕੇ ਲੋਕਾਂ ਤੋਂ ਪੈਸੇ ਮੰਗਦਾ, ਉਹਦਾ ਗੁਜ਼ਾਰਾ ਚੱਲਦਾ। ਹਾਥੀ ਮਰ ਗਿਆ, ਰੋਣ ਲੱਗ ਪਿਆ। ਮਹਾਰਾਜ ਨੂੰ ਦਇਆ ਆਈ, ਕਹਿੰਦੇ ਰੋਂਦਾ ਕਿਉਂ? ਕਹਿੰਦਾ ਜੀ ਹਾਥੀ ਮਰ ਗਿਆ, ਮੇਰੇ ਸਾਰੇ ਪਰਿਵਾਰ ਦਾ ਗੁਜ਼ਾਰਾ ਹੀ ਇਹ ਤੋਂ ਚੱਲਦਾ ਸੀ। ਸਤਿਗੁਰਾਂ ਨੇ ਮੋਇਆ ਹਾਥੀ ਜਿਉਂਦਾ ਕੀਤਾ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ। ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰੇ ਉਤਾਰੇ। ਕਿਹਨੂੰ ਨਹੀਂ ਤਾਰਿਆ? ਕਹਿਣ ਲੱਗਾ ਜੀ ਜਾਂ ਤਾਂ ਤੁਸੀਂ ਝੂਠੇ ਹੋ, ਗੁਰੂ ਤੁਹਾਡਾ ਜਿਹੜਾ ਸੀਗਾ ਕਲਾਵਾਨ ਨਹੀਂ ਸੀ। ਜੇ ਕਲਾਵਾਨ ਸੀ ਤੇ ਚਾਰਾਂ ਸਾਹਿਬਜ਼ਾਦਿਆਂ ਵਿੱਚੋਂ ਇੱਕ ਕਿਉਂ ਨਾ ਬਚਾ ਕੇ ਰੱਖਿਆ। ਜੋ ਉਸ ਵੇਲੇ ਉੱਤਰ ਦਿੱਤਾ ਸਰਦਾਰ ਰਤਨ ਸਿੰਘ ਜੀ ਨੇ, ਕਹਿਣ ਲੱਗੇ, ਗੁਰੂ ਮੇਰਾ ਸਮਰੱਥ ਹੈ। ਪਸ਼ੂ ਪੰਛੀਆਂ ਨੂੰ ਜਿਉਂਦੇ ਕਰਨ ਨੂੰ ਵੀ ਸਮਰੱਥ ਹੈ, ਮਨੁੱਖ ਤੇ ਬਹੁਤ ਨਿੱਕੀ ਜਿਹੀ ਗੱਲ ਹੈ ਉਹਦੇ ਵਾਸਤੇ। ਗੁਰੂ ਕੇ ਸਿੱਖਾਂ ਨੇ ਹੀ ਐਸੇ ਬਹੁਤ ਕੌਤਕ ਕੀਤੇ ਹੈ। ਪਰ ਜੋ ਤੁਸਾਂ ਕਿਹਾ ਕਿ ਗੁਰਾਂ ਨੇ ਆਪਣੇ ਸਾਹਿਬਜ਼ਾਦਿਆਂ ਵਿੱਚੋਂ ਇੱਕ ਕਿਉਂ ਨਾ ਬਚਾ ਕੇ ਰੱਖਿਆ ਵੰਸ਼ ਚਲਾਉਣ ਨੂੰ, ਉਹਦਾ ਉੱਤਰ ਕਹਿੰਦੇ ਦਿੰਦੇ ਆ, ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਨਿਰੰਕਾਰ ਨੇ ਖਾਲਸੇ ਪੰਥ ਦੀ ਸਿਰਜਣਾ ਵਾਸਤੇ ਭੇਜਿਆ ਸੀ ਕਿ ਜਾਓ ਜਾ ਕੇ ਪੰਥ ਜਿਹੜਾ ਹੈ ਖਾਲਸਾ ਇਹਨੂੰ ਪ੍ਰਚੁਰ ਕਰੋ। ਤੇ ਜਿਸ ਤਰ੍ਹਾਂ ਜ਼ਮੀਨ ਹੁੰਦੀ ਹੈ, ਧਰਤੀ ਹੁੰਦੀ ਹੈ, ਉਹਦਾ ਪੁੱਤਰ ਘਾਹ ਹੁੰਦਾ ਹੈਗਾ ਤੇ ਜ਼ਿਮੀਂਦਾਰ ਜਿਹੜਾ ਹੈਗਾ ਉਹ ਘਾਹ ਨੂੰ ਮਾਰਦਾ, ਧਰਤੀ ਨੂੰ ਵਾਹੁੰਦਾ, ਹਲ ਵਾਹੁੰਦਾ। ਗਰਮੀਆਂ ਦੇ ਵਿੱਚ ਜਦ ਪਾਣੀ ਦੀ ਬਰਸਾਤ ਨਹੀਂ ਹੁੰਦੀ, ਹਲ ਵਾਹ ਕੇ ਘਾਹ ਦੀ ਤਿੜ ਨਹੀਂ ਰਹਿਣ ਦਿੰਦਾ। ਧਰਤੀ ਆਪਣੇ ਪੁੱਤ ਨੂੰ ਮਰਵਾਉਂਦੀ ਹੈ, ਘਾਹ ਨੂੰ, ਤਾਂ ਆਪਣੇ ਮਾਲਕ ਖਸਮ ਜ਼ਿਮੀਂਦਾਰ ਨੂੰ ਚੰਗੀ ਖੇਤੀ ਦਿੰਦੀ ਹੈ। ਜੇ ਧਰਤੀ ਦੇ ਵਿੱਚ ਘਾਹ ਹੀ ਭਰਿਆ ਹੋਵੇ ਤੇ ਫਸਲ ਕੋਈ ਢੰਗ ਦੀ ਹੁੰਦੀ ਨਹੀਂ ਹੈ, ਬੀਜ ਵੀ ਨਹੀਂ ਪੂਰਾ ਹੁੰਦਾ ਜਿੰਨਾ ਪਾਇਆ ਹੋਵੇ। ਜਿਸ ਤਰ੍ਹਾਂ ਧਰਤੀ ਆਪਣੇ ਪੁੱਤ ਘਾਹ ਨੂੰ ਮਰਵਾ ਕੇ ਆਪਣੇ ਮਾਲਕ ਜ਼ਿਮੀਂਦਾਰ ਨੂੰ ਚੰਗੀ ਫਸਲ ਦਿੰਦੀ ਹੈ, ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਖਾਲਸਾ ਪੰਥ ਸਿਰਜਣ ਵਾਸਤੇ ਭੇਜਿਆ ਸੀ। ਤੇ ਉਹਨਾਂ ਨੇ ਖਾਲਸੇ ਦੀ ਸਿਰਜਣਾ ਕਰਕੇ ਜਿਵੇਂ ਧਰਤੀ ਆਪਣੇ ਪੁੱਤ ਮਰਵਾਉਂਦੀ, ਐਵੇਂ ਕਲਗੀਧਰ ਪਾਤਸ਼ਾਹ ਨੇ ਆਪਣਾ ਸਾਰਾ ਹੀ ਪਰਿਵਾਰ ਜਿਹੜਾ ਸੀ ਖਤਮ ਕਰਾ ਲਿਆ ਅਤੇ ਆਪਣੇ ਮਾਲਕ ਕਰਤੇ ਪੁਰਖ ਵਾਹਿਗੁਰੂ ਨੂੰ ਸੁੱਧ ਸਰੂਪ ਖਾਲਸਾ ਜਿਹੜਾ ਹੈ ਉਹਦੀ ਝੋਲੀ ਵਿੱਚ ਪਾਇਆ। ਸੋ ਇਸ ਤਰ੍ਹਾਂ ਸਾਧ ਸੰਗਤ ਜੀ, ਜਿਹੜੇ ਭਾਣੇ ਵਿੱਚ ਰਹਿਣ ਵਾਲੇ ਹਨ, ਭਾਣਾ ਮੰਨਣ ਵਾਲੇ ਹਨ, ਉਹ ਗਿਆਨੀ ਲੋਕ ਹੀ ਮੰਨ ਸਕਦੇ, ਜਿਨ੍ਹਾਂ ਨੂੰ ਗਿਆਨ ਹੈ ਇਸ ਗੱਲ ਦਾ ਕਿ ਇਹ ਸੰਸਾਰ ਜਿਹੜਾ ਹੈ ਝੂਠਿਆਂ ਦਾ ਹੈ, ਖਰਾਵੜਾਂ ਦਾ ਹੈ। ਇੱਥੇ ਆਣ ਕੇ ਲੋਕ ਐ ਸਮਝਦੇ ਆ ਜਿਵੇਂ ਅਸੀਂ ਪਤਾ ਨਹੀਂ ਕਿੰਨੀਆਂ ਕੁਲਾਂ ਤੱਕ ਹੀ ਇੱਥੇ ਬੈਠੇ ਰਹਿਣਾ ਹੈ। ਜਿਵੇਂ ਹਜੂਰ ਦੇ ਬਚਨ ਹਨ, ਰੱਜ ਨਾ ਕੋਈ ਜੀਵ ਆ ਕੂੜੇ ਪ੍ਰਵਾਸੇ। ਰੱਜ ਕੇ ਕੋਈ ਜਿਉਂਦਾ ਨਹੀਂ, ਮਰਦਾ ਵੀ ਹੋਵੇ ਨਾ ਬੁੱਢਾ 100 ਸਾਲ ਦਾ, ਤਾਂ ਵੀ ਕਹਿੰਦਾ ਮੈਂ ਨਾ ਹੀ ਮਰਾਂ, ਹੋਰ 4 ਦਿਨ ਅਜੇ ਜ਼ਿੰਦਗੀ ਦੇ ਕੱਟ ਲਵਾਂ। ਔਖਾ ਭਾਵੇਂ ਕਿੰਨਾ ਵੀ ਹੋਵੇ, ਸਰੀਰ ਦੇ ਵਿੱਚ ਦਰਦਾਂ ਹੁੰਦੀਆਂ ਹੋਣ, ਕਿਰਮ ਚੱਲੇ ਹੋਣ, ਤਾਂ ਵੀ ਮਰਨ ਨੂੰ ਜੀ ਨਹੀਂ ਕਰਦਾ। ਤੇ ਐ ਸਾਧ ਸੰਗਤ ਜੀ, ਭਾਣਾ ਜਿਹੜਾ ਹੈ ਉਹਨੂੰ ਖਿੜੇ ਮੱਥੇ ਗੁਰਮੁਖ ਜਨ ਪ੍ਰਵਾਨ ਕਰਦੇ, ਜਿਹੜੇ ਗੁਰੂ ਕੇ ਪਿਆਰੇ, ਰੱਬ ਦੇ ਪਿਆਰੇ ਆ, ਉਹਦੇ ਭੈ ਵਿੱਚ ਰਹਿੰਦੇ ਹਨ। ਉਹ ਦੁੱਖ ਤੇ ਸੁੱਖ ਦੋਵਾਂ ਨੂੰ ਇੱਕ ਬਰਾਬਰ ਸਮਝਦੇ ਐ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਹਰਿ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਨੌਵੇਂ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ ਵੀ ਉਹ ਗਿਆਨਵਾਨ ਹੈ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਨੂੰ ਗਿਆਨ ਦ੍ਰਿੜਾਉਣ ਵਾਸਤੇ ਕਿਰਪਾ ਕਰਦੇ ਐ ਵੀ ਭਾਈ ਇਹ ਸਾਰੇ ਰੋਂਦੇ ਗਏ ਜੇ। 12 ਜੋਜਨ ਛਤਰ ਝਲੇਥਾ ਦੇਹੀ ਗਿਰਜਨ ਖਾਈ। ਉਹ ਇੱਲਾਂ ਨੂੰ ਮਾਸ ਵੀ ਨਹੀਂ ਉਹਦਾ ਖਾਣ ਨੂੰ ਮਿਲਿਆ, ਪੱਥਰ ਦੀ ਦੇਹੀ ਸਾਰੀ ਹੋ ਗਈ ਸੀ। ਇਹ ਜੇ ਵੀ ਦੁਨੀਆ ਤੇ ਹੋ ਕੇ ਚਲੇ ਗਏ, ਰਹਿਣਾ ਤਾਂ ਹੈ ਨਹੀਂ ਕਿਸੇ ਨੇ, ਜਾਂ ਰਹਿਣਾ ਨਾ ਹੀ ਐਤ ਜਗ ਤਾਂ ਕਾਇਤ ਗਾਰਬ ਹੰਡੀਏ। ਇਹਨੂੰ ਹੰਕਾਰ ਨੂੰ ਹਟਾਉਣਾ ਕਾਹਦੇ ਵਾਸਤੇ? ਜਿਹੜੀ ਸਰੀਰ ਦੀ ਬਣਤਰ ਪਹਿਲੇ ਦਿਨ ਜੀਵ ਦੀ ਹੁੰਦੀ, ਜਦ ਮਾਤਾ ਦੇ ਉਦਰ ਤੋਂ ਬਾਹਰ ਆਉਂਦਾ ਹੈ, ਉਹ ਰੋਜ਼ ਦੀ ਰੋਜ਼ ਬਦਲਦੀ ਜਾਂਦੀ।
ਪਰ ਜੋਬਨ ਤੱਕ ਬਦਲਦੀ ਰਹਿੰਦੀ। ਜੋਬਨ ਤੋਂ ਬਾਅਦ ਫਿਰ ਜਿਵੇਂ ਸੂਰਜ ਛਿਪਣ ਦੇ ਹੁੰਦਾ ਹੈ, ਇਵੇਂ ਢਾਲਾ ਪੈ ਜਾਂਦਾ ਜੀਵਨ ਨੂੰ। ਪਰ ਜੀਵ ਸਮਝਦਾ ਨਹੀਂ ਹੈ। ਜਿਵੇਂ 4 ਅਵਸਥਾ ਮੰਨੀਆਂ ਗਈਆਂ ਹਨ ਸਰੀਰ ਦੀਆਂ। ਪਹਿਲੀ ਅਵਸਥਾ ਮਾਤਾ ਦੇ ਉਦਰ ਦੇ ਵਿੱਚ ਦੀ ਹੈ, ਦੂਜੀ ਅਵਸਥਾ ਬਾਲਪਣ ਦੀ ਹੈ, ਤੀਜੀ ਅਵਸਥਾ ਜਵਾਨੀ ਦੀ ਹੈ, ਚੌਥੀ ਅਵਸਥਾ ਬੁਢੇਪੇ ਦੀ ਹੈ। ਤੇ ਇਸੇ ਤਰ੍ਹਾਂ 10 ਹਿੱਸਿਆਂ ਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹਦੇ ਸਰੀਰ ਨੂੰ ਵੰਡਿਆ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਇਸ ਤਰ੍ਹਾਂ ਤੀਜੇ ਭੈਣਾਂ ਭਾਬੀਆਂ ਭਰਾਵਾਂ ਦਾ ਖਾਣਾ ਪੀਣਾ, ਵਿਆਹ ਕਰਕੇ ਲਿਆਉਣਾ, ਹਉਮੈ ਆ ਜਾਣੀ। ਇਹ 10 ਸਟੇਜਾਂ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਜੀਵ ਦੀਆਂ ਮੰਨੀਆਂ ਹਨ। ਤੇ ਗਿਆਨੀ ਸਾਨੂੰ ਗਿਆਨ ਇਸ ਗੱਲ ਦਾ ਕਰਾਉਣ ਵਾਸਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਉਹਨਾਂ ਮਹਾਨ ਸੂਰਮਿਆਂ, ਵੱਡੇ ਵੱਡੇ ਯੋਧਿਆਂ, ਦਾਨੀਆਂ ਦੀਆਂ ਕਹਾਣੀਆਂ ਸੁਣਾਈਆਂ ਗਈਆਂ ਬਾਣੀ ਦੁਆਰਾ ਵੀ ਕਿਵੇਂ ਇੰਦਰ ਵਰਗੇ ਵੀ ਰੋਂਦੇ ਗਏ, ਪਰਸੁਰਾਮ ਰੋਵੈ ਘਰੇ ਆਇਆ। ਤੇ ਇਤਿਆਦਿਕ। ਸੋ ਸਾਧ ਸੰਗਤ ਜੀ, ਰਾਜੇ ਜਨਮੇਜੇ ਦੀ ਕਥਾ ਚੱਲ ਰਹੀ ਹੈ। ਕਿਹਾ ਸੀ ਘੋੜੀ ਨਾ ਖਰੀਦੀ, ਘੋੜੇ ਖਰੀਦਣੇ ਸ਼ੁਰੂ ਕਰ ਲਏ, ਕਿਉਂਕਿ ਇਹ ਭਾਵੀ ਜਿਹੜੀ ਹੈ ਅਦੋਤ ਹੈ, ਇਹਨੂੰ ਕੋਈ ਮੋੜ ਨਹੀਂ ਸਕਦਾ ਕਾਲ ਪੁਰਖ ਦੇ ਭਾਣੇ ਨੂੰ। ਤੇ ਇਹ ਰਾਜੇ ਜਨਮੇਜੇ ਤੇ ਕਿਵੇਂ ਭਾਣਾ ਵਰਤਿਆ। ਸੋ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਦਾ ਭਾਵਨਾ ਦੇ ਨਾਲ ਜੋ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਪ੍ਰੇਮ ਸਹਿਤ ਸਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਜੀ ਚੌਪਈ। ਏਕ ਸਮਾ ਇਕ ਆਏ ਸੁਦਾਗਰ। ਇਸ ਤਰ੍ਹਾਂ ਸਾਧ ਸੰਗਤ ਜੀ, ਵਪਾਰੀ ਲੋਕ ਜਿਹੜੇ ਸਨ ਉਹਨਾਂ ਨੇ ਘੋੜੇ ਲਿਆਉਣੇ ਸ਼ੁਰੂ ਕਰ ਲਏ। ਰਾਜਾ ਖਰੀਦੀ ਜਾਂਦਾ ਹੈ। ਜਿਹੜੇ ਸਲੋਤਰੀ ਹੈ, ਘੋੜਿਆਂ ਦੀ ਜਾਣਕਾਰੀ ਰੱਖਣ ਵਾਲੇ, ਉਹ ਖਰੀਦਣਾ ਤੇ ਉਹਨਾਂ ਦੀ ਡਿਊਟੀ ਸੇਵਾ ਲਾ ਦਿੱਤੀ ਹੈ। ਸਾਰੇ ਨੈਣ ਨਕਸ਼ ਘੋੜਿਆਂ ਦੇ ਦੇਖ ਕੇ, ਰੰਗ ਰੂਪ ਦੇਖ ਕੇ ਢੰਗ ਦੇ ਨਾਲ ਘੋੜੇ ਖਰੀਦੀ ਜਾਂਦੇ ਆ। ਇੱਕ ਵਾਰ ਦੀ ਕਥਾ ਹੈ, ਪ੍ਰਸੰਗ ਹੈ। ਇੱਕ ਸਦਾਗਰ ਆਇਆ ਘੋੜੇ ਵੇਚਣ ਵਾਸਤੇ। ਸੰਗ ਤੁਰੰਗ ਨੇ ਚਪਲ ਉਜਾਗਰ। ਤੇ ਉਹ ਘੋੜਿਆਂ ਦੇ ਨਾਲ ਇੱਕ ਬਹੁਤ ਸੋਹਣੀ ਘੋੜੀ ਲੈ ਕੇ ਆਇਆ। ਜਬ ਭੂਪਤ ਕੋ ਆਨ ਦਿਖਾਰੇ। ਜਦ ਉਹ ਘੋੜੀ ਰਾਜੇ ਨੂੰ ਲਿਆ ਕੇ ਦਿਖਾਈ, ਰਹਿ ਰੇਜ ਨਰ ਲਖ ਗੁਣ ਵਾਰੇ। ਤੇ ਉਹ ਘੋੜੀ ਜਿਹੜੀ ਸੀ ਨਾ ਬਹੁਤ ਸੋਹਣੀ ਸੁੰਦਰ, ਤੇ ਉਹਦੇ ਵਿੱਚ ਕੋਈ ਐਬ ਨਹੀਂ ਸੀਗਾ ਕਿਸੇ ਤਰ੍ਹਾਂ ਦਾ। ਬਹੁਤ ਸੁੰਦਰ ਸੀਗੀ ਹਰ ਤਰ੍ਹਾਂ ਦੇ ਨਾਲ, ਚਾਲ ਢਾਲ, ਰੰਗ ਰੂਪ, ਕੱਦ ਆਦਿਕ। ਨਿਰਪਤ ਸਮੀਪ ਕਹਿਤ ਆਸ ਬੈਨਾ। ਉਹ ਜਿਹੜੇ ਲਾਗੇ ਸਿਆਣੇ ਲੋਕ ਸੀ ਰਾਜੇ ਦੇ, ਉਹ ਰਾਜੇ ਨੂੰ ਕਹਿਣ ਲੱਗੇ, ਬਾਜਨ ਇਹ ਉਚਿਤ ਤੁਮ ਐਨਾ। ਇਹ ਮਹਾਰਾਜ, ਇਹ ਜਿਹੜੀ ਘੋੜੀ ਹੈ ਨਾ, ਇਹ ਤੁਹਾਡੇ ਰੱਖਣ ਦੇ ਲਾਇਕ ਦੀ ਹੈ। ਆਪਣੇ ਘਰ ਦੇ ਵਿੱਚ ਇਹ ਘੋੜੀ ਹੋਣੀ ਚਾਹੀਦੀ ਹੈ। ਤੇ ਜਿੰਨੇ ਵੀ ਲੱਛਣ ਦੇਂਗੇ ਸਾਰੇ ਲੱਛਣ ਇਹ ਹੈ ਵੀ ਜਿਹਦੇ ਘਰੇ ਇਹ ਘੋੜੀ ਹੋਵੇ ਉਹਦਾ ਰਾਜ ਭਾਗ ਵੱਧਦਾ ਹੈ, ਧਨ ਦੌਲਤ ਵਿੱਚ ਵਾਧਾ ਹੁੰਦਾ, ਮਾਨ ਸਨਮਾਨ ਵਿੱਚ ਵਾਧਾ ਹੁੰਦਾ ਹੈ ਤੇ ਆਦਿਕ। ਜਿਸ ਤਰ੍ਹਾਂ ਮਨੁੱਖਾਂ ਦੇ ਕਰਮ ਨੇ ਸਾਧ ਸੰਗਤ ਜੀ, ਇਸੇ ਤਰ੍ਹਾਂ ਜਾਨਵਰਾਂ ਦੇ ਵੀ ਕਰਮ ਹਨ। ਘੋੜੇ ਘੋੜੀਆਂ ਦੇ ਬਦ ਲੱਛਣ ਵੀ ਦੱਸੇ ਗਏ ਹੈ ਤੇ ਲੱਛਣ ਵੀ ਦੱਸੇ ਗਏ ਹੈ। ਤੰਗ ਭੌਰੀ ਦਾ ਕਹਿੰਦੇ ਜਿਹਦੇ ਤੰਗ ਦੇ ਥੱਲੇ ਛਾਤੀ ਦੇ ਭੌਰੀ ਹੋਵੇ, ਮਾਲਕ ਨੂੰ ਮਾਰ ਕੇ ਹੀ ਛੱਡਦਾ ਹੈ ਉਹ ਘੋੜਾ ਘੋੜੀ, ਜਿਉਂਦਾ ਨਹੀਂ ਮਾਲਕ ਘਰੇ ਜਾਂਦਾ ਜਿਹੜਾ ਉੱਤੇ ਚੜ੍ਹ ਕੇ ਜੰਗ ਨੂੰ ਜਾਵੇ। ਦਗਾੜਾ ਮੱਥੇ ਦੇ ਵਿੱਚ। ਤੇ ਇਸੇ ਪ੍ਰਕਾਰ ਸਾਧ ਸੰਗਤ ਜੀ ਚੰਗੇ ਲੱਛਣ ਵੀ ਹਨ। ਔਰ 4 ਮਰਦਾਂ ਦੀਆਂ ਮਨੁੱਖਾਂ ਦੀਆਂ ਜਾਤਾਂ ਮੰਨੀਆਂ ਜਾਂਦੀਆਂ ਤੇ 4 ਹੀ ਘੋੜੇ ਘੋੜੀਆਂ ਦੀਆਂ ਮੰਨੀਆਂ ਜਾਂਦੀਆਂ। 4 ਹੀ ਰੰਗ ਘੋੜਿਆਂ ਦੇ, ਜਾਣੀ ਹਰ ਚੀਜ਼ ਵਸਤੂ ਜਿਹੜੀ ਹੈ ਘੋੜਿਆਂ ਦੀ ਮਨੁੱਖਾਂ ਦੇ ਨਾਲ ਸੰਬੰਧ ਰੱਖਦੀ ਹੈ। ਸਾਰੇ ਐਬ ਦੇਖ ਕੇ ਵੀ ਇਹ ਤੇ ਬੇਐਬ ਹੈ ਘੋੜੀ, ਚੰਗੇ ਸ਼ੁਭ ਲੱਛਣ ਵਾਲੀ ਹੈ। ਕਹਿਣ ਲੱਗੇ ਮਹਾਰਾਜ ਇਹ ਤੁਹਾਡੇ ਘਰ ਰੱਖਣ ਦੇ ਲਾਇਕ ਹੈ। ਲੈ ਢੇਗ ਰੱਖੋ ਜਨ ਹੈ ਬਛੇਰੇ। ਇਸ ਵਾਸਤੇ ਨੂੰ ਘੋੜੀ ਨੂੰ ਨਾ ਆਪਾਂ ਰੱਖ ਲਈਏ, ਕਿਉਂਕਿ ਇਹ ਚੰਗੀ ਨਸਲ ਦੀ ਘੋੜੀ, ਸੋਹਣੀ ਸੁੰਦਰ, ਅੱਗੇ ਬੱਚੇ ਹੀ ਇਹਦੇ ਆਪਾਂ ਲਈ ਜਾਵਾਂਗੇ, ਨਾ ਇਹਦੇ ਉੱਪਰ ਸਵਾਰੀ ਕਰਨੀ ਤੁਸਾਂ। ਅਤ ਸੁੰਦਰ ਗੁਣ ਜਾਸ ਕਨੇਰੇ। ਬਹੁਤ ਸੋਹਣੀ ਸੁੰਦਰ ਗੁਣਵਾਨ ਘੋੜੀ ਹੈ ਇਹ। ਚੜਨ ਉਚਿਤ ਸੋ ਹੋਏ ਤੁਮਾਰੇ। ਇਹ ਮਹਾਰਾਜ ਤੁਹਾਡੇ ਚੜ੍ਹਨ ਦੀ ਸਵਾਰੀ ਦੇ ਲਾਇਕ ਹੈ। ਬੜਵਾ ਪੈ ਨਾ ਚੜ੍ਹੋ ਮਨ ਤਾਰੇ। ਜੇ ਮਹਾਰਾਜ
ਨਾਮ ਹੀ ਚੜ੍ਹਨਾ ਚਾਹੋ ਤੁਸੀਂ ਘੋੜੀ ਤੇ, ਬਥੇਰੇ ਘੋੜੇ ਆ ਸਵਾਰ ਹੋਣ ਵਾਸਤੇ। ਜੇ ਤੁਹਾਨੂੰ ਡੱਕਿਆ ਹੋਇਆ ਵਿਆਸ ਜੀ ਨੇ ਤੇ ਘਰ ਵਿੱਚ ਆਪਾਂ ਬੱਚੇ ਲੈਣ ਨੂੰ ਰੱਖ ਲਵਾਂਗੇ, ਅੱਗੇ ਵੰਸ਼ ਚੰਗਾ ਚੱਲ ਪਵੇਗਾ ਇਸ ਘੋੜੀ ਤੋਂ। ਇਸ ਪ੍ਰਕਾਰ ਸੁਨ ਤਿਸ ਕੇ ਬਾਨੇ, ਇਹ ਬਚਨ ਰਾਜੇ ਨੇ ਆਪਣੇ ਸਲਾਹਕਾਰਾਂ ਦੇ ਸੁਣੇ। ਲਿਓ ਤੁਰੰਗਨ ਮਨ ਠਹਿਰਾਨੇ, ਇਹ ਮਨ ਵਿੱਚ ਪੱਕਾ ਨਿਸ਼ਚਾ ਕਰ ਲਿਆ ਵੀ ਇਹ ਘੋੜੀ ਖਰੀਦ ਹੀ ਲੈਣੀ ਹੈ। ਸੁੰਦਰ ਦੇਖ ਹਿਰਦਾ ਲੋਭਾਇਆ, ਕਿਉਂਕਿ ਘੋੜੀ ਐਸੀ ਸੁੰਦਰ ਸੀ ਸਾਧ ਸੰਗਤ ਜੀ, ਕਿਸੇ ਦੇ ਵੱਸ ਦੀ ਗੱਲ ਨਹੀਂ ਰਹਿੰਦੀ ਹੈ। ਜਿਹਨੂੰ ਜਿਹੇ ਜਿਹਾ ਸ਼ੌਂਕ ਹੋਵੇ ਨਾ, ਉਹਦੇ ਮਨ ਦੀ ਮਰਜ਼ੀ ਦੀ ਵਸਤੂ ਮਿਲ ਜਾਵੇ ਤੇ ਪੈਸੇ ਖਰਚਣ ਲੱਗਾ ਨਹੀਂ ਉਹ ਦੇਖਦਾ। ਕਬੂਤਰਬਾਜ਼ ਕਬੂਤਰਾਂ ਦੇ ਫਿਦਾ ਹੋ ਜਾਂਦੇ, ਉਹਨਾਂ ਦੇ ਮਨ ਦਾ ਕਬੂਤਰ ਮਿਲ ਜਾਵੇ। ਇਸੇ ਪ੍ਰਕਾਰ ਘੋੜੇ ਘੋੜੀਆਂ ਰੱਖਣ ਵਾਲੇ ਜਿੰਨੀ ਮਰਜ਼ੀ ਮਾਇਆ ਖਰਚਣੀ ਪਵੇ, ਜਿਹੜਾ ਉਹਨਾਂ ਦੇ ਮਨ ਨੂੰ ਲੱਗ ਜਾਵੇ। ਇਸੇ ਤਰ੍ਹਾਂ ਕੁੱਤੇ ਰੱਖਣ ਵਾਲੇ ਆਪਣੇ ਆਪਣੇ ਮਨ ਦੇ ਸ਼ੌਂਕ ਹਨ। ਰਾਜਿਆਂ ਦੇ ਸ਼ੌਂਕ ਖਾਸ ਚੰਗਾ ਹਥਿਆਰ ਰੱਖਣਾ, ਚੰਗੇ ਹਾਥੀ ਰੱਖਣੇ, ਚੰਗੇ ਘੋੜੇ ਘੋੜੀਆਂ ਰੱਖਣੇ, ਚੰਗੀ ਫੌਜ ਰੱਖਣੀ ਆਦਿਕ। ਮਨ ਨੂੰ ਭਾ ਗਈ ਰਾਜੇ ਦੇ ਨੂੰ ਇਹ ਘੋੜੀ। ਦਰਬ ਸੁਦਾਗਰ ਕੋ ਦੇਵਾਇਆ, ਉਹ ਜਿਹੜੀ ਘੋੜੀ ਲੈ ਕੇ ਆਇਆ ਸੀ ਸੁਦਾਗਰ, ਜਿੰਨੀ ਕੀਮਤ ਉਸਨੇ ਮੰਗੀ ਰਾਜੇ ਨੇ ਦਵਾ ਦਿੱਤੇ। ਲੈ ਘਰ ਰਾਖੇ ਹੇਤ ਬਧਾਵਨ, ਇਸ ਤਰ੍ਹਾਂ ਇਹ ਅੱਗੇ ਵਾਧਾ ਹੋਵੇ ਪਰਿਵਾਰ ਦਾ, ਘੋੜੇ ਘੋੜੀਆਂ ਇਹਦੇ ਵਿੱਚੋਂ ਵਧਣ, ਇਸ ਵਾਸਤੇ ਲੈ ਕੇ ਰੱਖ ਲਈ। ਗੁਣ ਮੰਦਰ ਸੌਂਦਰਜ ਸੁਹਾਵਨ, ਬਹੁਤ ਸੋਹਣੀ ਸੁੰਦਰ ਹੈ, ਜਾਣੀ ਗੁਣਾਂ ਦਾ ਘਰ ਹੈ ਉਹ ਘੋੜੀ। ਅਸਵਪਾਲ ਜੋ ਸੇਵਕ ਆਹੇ, ਜਿਹੜੇ ਘੋੜੇ ਸੰਭਾਲਦੇ ਸੇਵਾ ਕਰਦੇ ਸਨ ਘੋੜੇ ਘੋੜੀਆਂ ਦੀ। ਚੜ ਕਰ ਫੇਰ ਹੈ ਆਤ ਜਬ ਜਾਹੇ, ਤੇ ਉਹ ਘੋੜੀ ਦੀ ਸੇਵਾ ਬੜੇ ਚਾਅ ਨਾਲ ਕਰਦੇ। ਫਿਰ ਕਦੀ ਕਦੀ ਉਸ ਘੋੜੀ ਤੇ ਸਵਾਰ ਹੋ ਕੇ ਉਹ ਬਾਹਰ ਲੈ ਕੇ ਜਾਂਦੇ ਆ ਫਰਾਉਣ ਵਾਸਤੇ, ਕਿਉਂਕਿ ਸਾਧ ਸੰਗਤ ਜੀ ਇਹ ਘੋੜੇ ਘੋੜੀਆਂ ਦਾ ਇਹ ਹੈ, ਰੋਜ਼ਾਨਾ ਹੀ ਇਹਨਾਂ ਨੂੰ ਘੁਮਾਉਣਾ ਪੈਂਦਾ। ਜਿਵੇਂ ਮਨੁੱਖ ਨੂੰ ਡਾਕਟਰ ਕਹਿ ਦਿੰਦੇ ਨਾ ਤੈਨੂੰ ਸੈਰ ਕਰਨੀ ਜ਼ਰੂਰੀ ਹੈ, ਇਸੇ ਤਰ੍ਹਾਂ ਘੋੜੇ ਘੋੜੀਆਂ ਨੂੰ ਵੀ ਰੋਜ਼ਾਨਾ ਘੁਮਾਉਣਾ ਜ਼ਰੂਰੀ। ਕਿਲੇ ਦੇ ਬੱਝੇ ਬਿਮਾਰ ਹੀ ਹੋ ਜਾਂਦੇ ਆ, ਪੱਠਾ ਵੀ ਨਹੀਂ ਹਜਮ ਹੁੰਦਾ, ਦਾਣਾ ਹਜਮ ਨਹੀਂ ਹੁੰਦਾ, ਬਿਮਾਰ ਹੋ ਜਾਂਦੇ। ਸੋ ਉਹ ਜਿਹੜੇ ਘੋੜਪਾਲ ਹਨ, ਘੋੜਿਆਂ ਦੀ ਸੰਭਾਲ ਕਰਨ ਵਾਲੇ ਅਸਤਬਲ ਦੇ ਵਿੱਚ, ਉਹ ਘੋੜੀ ਤੇ ਚੜ੍ਹ ਕੇ ਉਹਨੂੰ ਘੁਮਾਉਣ ਵਾਸਤੇ ਫੇਰਨ ਵਾਸਤੇ ਲੈ ਕੇ ਜਾਂਦੇ ਆ। ਕਹੇ ਆਨ ਸੋ ਭੂਪਤ ਪਾਸੋ, ਤੇ ਚੜ੍ਹ ਕੇ ਸਵਾਰੀ ਕਰਕੇ ਰਾਜੇ ਨੂੰ ਆਣ ਕੇ ਘੋੜੀ ਦੇ ਗੁਣ ਦੱਸਦੇ ਹਨ। ਪੂਰਾ ਨਾ ਪੇਖਿਓ ਬੇਗ ਆਸ ਜਾਸੋ, ਮਹਾਰਾਜ ਜਿੰਨੀ ਇਹਦੀ ਚਾਲ ਹੈ ਨਾ, ਇੰਨਾ ਖੁੱਲ੍ਹਾ ਰੇਵੀਆ ਚੱਲਦੀ ਹੈ, ਸਪਾਟ ਚੱਲਦੀ ਹੈ, ਰੋਹਾਲ ਚਾਲ ਬੜੀ ਖੁੱਲ੍ਹੀ ਹੈ, ਗਾਮ ਦੇ ਬਹੁਤ ਮਹਾਰਾਜ ਜਿਗਰੀ ਚਾਲ ਕੱਢਦੀ ਇਹ। ਅਸੀਂ ਤਾਂ ਇਸ ਤੋਂ ਪਹਿਲਾਂ ਇਹ ਜਿਹਾ ਘੋੜਾ ਘੋੜੀ ਕੋ ਅੱਜ ਤੱਕ ਦੇਖਿਆ ਨਹੀਂ ਹੈ ਜਿਹੇ ਜੀ ਇਹਦੀ ਚਾਲ ਹੈ। ਚੜਨ ਉਚਿਤ ਸੋ ਰਾਵਰ ਕੇਰੇ, ਇਸ ਵਾਸਤੇ ਮਹਾਰਾਜ ਤੁਹਾਨੂੰ ਇਹਦੇ ਉੱਪਰ ਸਵਾਰੀ ਕਰਨੀ ਚਾਹੀਦੀ ਹੈ। ਚੰਚਲਤਾ ਜਿਸ ਵਿੱਚ ਬਡੇਰੇ, ਮਹਾਰਾਜ ਬੜੀ ਤੇਜ਼ ਚੱਲਦੀ, ਮਨ ਦੇ ਮਾਫਕ ਚੱਲਣ ਵਾਲੀ ਘੋੜੀ ਹੈ। ਜਿਵੇਂ ਸਵਾਰ ਦਾ ਫੁਰਨਾ ਹੋਵੇ ਉਸੇ ਪ੍ਰਕਾਰ ਹੀ ਇਹ ਚੱਲਦੀ ਹੈ। ਸੁਨ ਗੁਣ ਭੂਪ ਚੜਿਓ ਇੱਕ ਬੇਰਾ, ਇਹ ਉਸ ਦੇ ਗੁਣ ਸੁਣ ਕੇ ਇੱਕ ਵਾਰ ਰਾਜਾ ਜਿਹੜਾ ਸੀ ਭੁੱਲ ਗਿਆ ਦੱਸੇ ਹੋਏ ਵੇਦ ਵਿਆਸ ਜੀ ਦੀ ਮੱਤ ਨੂੰ, ਘੋੜੀ ਤੇ ਸਵਾਰ ਹੋ ਗਿਆ। ਦਖਨ ਦੇਸ਼ ਕੋ ਗਇਓ ਅਖੇਰਾ, ਅਤੇ ਦੱਖਣ ਦੇ ਵਾਲੇ ਪਾਸੇ ਨੂੰ ਸ਼ਿਕਾਰ ਖੇਡਣ ਨੂੰ ਚੱਲ ਪਿਆ। ਨਿਕਸ ਚਲਿਓ ਇੱਕ ਮਿਰਗ ਅਗਾਰੇ, ਜਿਸ ਵੇਲੇ ਘੋੜੀ ਤੇ ਸਵਾਰ ਹੋ ਕੇ ਬਾਹਰ ਨਿਕਲਿਆ, ਇਹ ਸਾਰਾ ਕੁਝ ਭਾਣਾ ਹੀ ਕਰਾਉਂਦਾ ਹੈ ਸਾਧ ਸੰਗਤ ਜੀ, ਮਨੁੱਖ ਦੇ ਵੱਸ ਕੁਝ ਵੀ ਨਹੀਂ ਹੈ। ਅਜੇ ਥੋੜੀ ਦੂਰ ਹੀ ਗਿਆ ਸੀ ਕਿ ਇੱਕ ਹਿਰਨ ਜਿਹੜਾ ਹੈ ਝਟ ਦੇਣੀ ਅੱਗੋਂ ਨਿਕਲਿਆ ਘੋੜੀ ਦੇ ਸਵਾਰ ਹੋਏ ਰਾਜੇ ਦੇ। ਦੇਖ ਤੁਰੰਗਨ ਪਿਛੇ ਡਾਰੇ, ਤੇ ਰਾਜੇ ਨੇ ਮਿਰਗ ਨੂੰ ਦੇਖ ਕੇ ਘੋੜੀ ਉਹਦੇ ਪਿੱਛੇ ਲਾ ਦਿੱਤੀ। ਪਟ ਇੱਕ ਸੰਗ ਪਹੁੰਚਿਓ ਨਾਹੇ, ਘੋੜੀ ਤੇਜ਼ ਬਹੁਤ ਚੱਲਦੀ, ਹਵਾ ਨਾਲ ਗੱਲਾਂ ਕਰਦੀ। ਤੀਸ ਵਾਸਤੇ ਰਾਜੇ ਨੇ ਜਦ ਘੋੜੀ ਨਠਾਈ ਹਿਰਨ ਦੇ ਪਿੱਛੇ, ਬਹੁਤ ਅੱਗੇ ਲੰਘ ਗਿਆ, ਪਿੱਛੇ ਕੋਈ ਵੀ ਉਸ ਦਾ ਸਿਪਾਹੀ ਸੂਰਮਾ ਨਾਲ ਆਣ ਕੇ ਨਹੀਂ ਰਲਿਆ। ਗਮਰਿਓ ਵਿਪਨ ਗਹਿਨ ਕੇ ਮਾਹੇ, ਇਸ ਤਰ੍ਹਾਂ ਘੋੜੀ ਭੱਜੀ ਜਾਂਦੀ, ਬੜੇ ਘੋਰ ਜੰਗਲ ਦੇ ਵਿੱਚ ਚਲਾ ਗਿਆ ਰਾਜਾ। ਮਾਰ ਮਿਰਗ ਕੋ ਸ਼ਰਮ ਪਾ ਭਾਰੇ, ਤੇ ਰਾਜੇ ਨੇ ਘੋੜੀ ਦੜਾ ਕੇ ਉਹ ਹਿਰਨ ਦਾ ਸ਼ਿਕਾਰ ਕੀਤਾ, ਪਰ ਥੱਕ ਗਿਆ। ਬਿਆਸ ਬਖਾਨੇ ਦੇਨ ਬਿਸਾਰੇ, ਜੋ ਵੇਦ ਵਿਆਸ ਜੀ ਨੇ ਮੱਤ ਦਿੱਤੀ ਸੀ ਭੁੱਲ ਗਿਆ ਰਾਜਾ ਉਸ ਗੱਲ ਨੂੰ। ਸਰ ਤਟ ਸੋਇਓ ਪੀ ਕਰ ਪਾਣੀ, ਇੱਕ ਤਲਾਬ ਬੜਾ ਸੋਹਣਾ ਸੁੰਦਰ ਸੀ, ਪਾਣੀ ਦਾ ਭਰਿਆ ਹੋਇਆ, ਥੱਕਿਆ ਟੁੱਟਾ ਉੱਥੇ ਪਹੁੰਚਾ ਹੈ,
ਸਰੋਵਰ ਵਿੱਚੋਂ ਪਾਣੀ ਪੀ ਕੇ ਤੇ ਆਰਾਮ ਕਰਨ ਲੱਗਾ ਤਲਾਬ ਦੇ ਕਿਨਾਰੇ। ਨਿਕਟ ਤੁਰੰਗਨ ਬਿਰਖ ਬੰਧਾਨੇ, ਅਤੇ ਉਹ ਜਿਹੜੀ ਘੋੜੀ ਸੀ ਇੱਕ ਰੁੱਖ ਦੇ ਨਾਲ ਬੰਨ੍ਹ ਦਿੱਤੇ। ਸਰਵਰ ਤੇ ਤਬ ਨਿਕਸ ਤੁਰੰਗਾ, ਇਸ ਤਰ੍ਹਾਂ ਸਾਧ ਸੰਗਤ ਜੀ ਜਲ ਦੇ ਵਿੱਚੋਂ ਇੱਕ ਘੋੜਾ ਨਿਕਲਿਆ। ਮੈਥੁਨ ਕੇਨ ਬਾਜਨੀ ਸੰਗਾ, ਜਿਸ ਨੇ ਘੋੜੀ ਦਾ ਸੰਗ ਕੀਤਾ। ਬਹੁਰ ਪ੍ਰਵੇਸ਼ਿਓ ਜਲ ਕੇ ਮਾਹੇ, ਇਸ ਤਰ੍ਹਾਂ ਪਾਣੀ ਵਿੱਚ ਉਹ ਨਿਕਲਿਆ ਤੇ ਪਾਣੀ ਵਿੱਚ ਹੀ ਵੜ ਗਿਆ। ਭੂਪਤ ਸੁਧ ਪਾਈ ਕੋ ਨਾਹੇ, ਰਾਜੇ ਨੂੰ ਕੋਈ ਖਬਰ ਨਹੀਂ ਹੈ ਕਿ ਕੀ ਭਾਣਾ ਵਰਤਿਆ, ਥੱਕਿਆ ਹੋਇਆ ਐਸੇ ਆਰਾਮ ਨਾਲ ਪਿਆ ਹੋਇਆ ਹੈ। ਛੋਟੇ ਨੇਂਦ ਹਵ ਕਰ ਅਸਵਾਰਾ, ਜਿਸ ਵੇਲੇ ਨੀਂਦ ਖੁੱਲੀ ਘੋੜੀ ਤੇ ਚੜਿਆ ਸਵਾਰ ਹੋਇਆ। ਆਨ ਪਹੁੰਚਿਓ ਆਪਨ ਅਗਾਰਾ, ਆਪਣੇ ਘਰੇ ਪਹੁੰਚ ਗਿਆ ਰਾਜਾ ਜਨਮੇਜਾ ਜੀ। ਤਾਰ ਗਰਭ ਤਿਨ ਦਿਨ ਪਛੇਰਾ, ਉਹ ਜਿਹੜੀ ਘੋੜੀ ਸੀ ਗਰਭਵਤੀ ਹੋਈ। ਕੋਈ ਸਮੇਂ ਤੋਂ ਬਾਅਦ ਉਸ ਨੇ ਇੱਕ ਬੱਚਾ ਦਿੱਤਾ, ਬਸ਼ੇਰਾ ਦਿੱਤਾ। ਸ਼ਾਮ ਕਰਨ ਤਨ ਰੁਚਿਰ ਕਨੇਰਾ, ਐਸਾ ਸੋਹਣਾ ਸੁੰਦਰ ਹੋ ਬਸ਼ੇਰਾ, ਸਾਰਾ ਸਫੇਦ ਰੰਗ ਹੈ, ਪਰ ਕੰਨ ਦੋਨੋਂ ਹੀ ਉਹਦੇ ਸ਼ਾਹ ਕਾਲੇ ਹਨ। ਜਗ ਉਚਿਤ ਅਸ ਮੂਰਤ ਕੇਨੇ, ਇਹ ਜਿਹਾ ਸੋਹਣਾ ਸੁੰਦਰ ਘੋੜਾ ਦੇਖ ਕੇ ਮਨ ਵਿੱਚ ਹੋਇਆ ਵੀ ਇਹਦੇ ਨਿਮਿਤ ਆਪਾਂ ਨੂੰ ਯੱਗ ਕਰਨਾ ਚਾਹੀਦਾ ਹੈ। ਸਭ ਮਿਲ ਨਿਰਪਕੋ ਮਸਲਤ ਦੇਨੇ, ਸਾਰਿਆਂ ਦੇ ਨਾਲ ਮਿਲ ਕੇ ਵਿਚਾਰ ਕੀਤੀ। ਮਖ ਕੇ ਜੈ ਹਵੈ ਸੁਜਾਸ ਬਡੇਰੋ, ਕਹਿਣ ਲੱਗੇ ਹਾਂ ਮਹਾਰਾਜ ਯੱਗ ਕਰਨਾ ਚਾਹੀਦਾ। ਇਹ ਜਿਹਾ ਘੋੜਾ ਪਰਮੇਸ਼ਵਰ ਨੇ ਆਪਾਂ ਨੂੰ ਦਿੱਤਾ ਹੈ ਤੇ ਇਹਦੀ ਖੁਸ਼ੀ ਵਿੱਚ ਯੱਗ ਕਰਨਾ ਚਾਹੀਦਾ ਤਾਂ ਕਿ ਆਪਣੀ ਸੋਭਾ ਹੋਵੇ। ਜਾਹੇ ਪੁਨ ਫਲ ਹੋਤ ਕਨੇਰੋ, ਕਿਉਂਕਿ ਕੋਈ ਵੀ ਪੁੰਨ ਦਾ ਕਰਮ ਕਰੀਏ ਤੇ ਉਹਦਾ ਫਲ ਮਿਲਦਾ ਹੈ, ਜੇ ਪਾਪ ਕਰੀਏ ਤੇ ਪਾਪ ਦਾ ਮਿਲਦਾ ਹੈ। ਕਿਉਂਕਿ ਗੁਰਾਂ ਦਾ ਬਚਨ ਹੈ, ਇਹ ਕਰ ਕਰੇ ਸੋ ਇਹ ਕਰ ਪਾਏ। ਕਲਯੁਗ ਦਾ ਸਮਾਂ ਹੈ, ਇੱਥੇ ਕਰਕੇ ਵੇਖ ਲਓ, ਜੇ ਇਹ ਜਿਹਾ ਕਰੋਗੇ ਉਹੋ ਜਿਹੇ ਫਲ ਦੀ ਪ੍ਰਾਪਤੀ ਹੋਵੇਗੀ। ਕਹਿਣ ਲੱਗੇ ਜੀ ਪੁੰਨ ਕਰਾਂਗੇ ਤੇ ਸੋਭਾ ਹੋਵੇਗੀ, ਸੋਭਾ ਵਾਲਾ ਕਾਰਜ ਆਪਾਂ ਨੂੰ ਕਰਨਾ ਚਾਹੀਦਾ, ਯੱਗ ਕਰਨਾ ਚਾਹੀਦਾ ਹੈ। ਕਹੇ ਸਭਨ ਕੇ ਨਿਰਪ ਬਿਰ ਮਾਇਆ, ਇਸ ਤਰ੍ਹਾਂ ਸਾਰਿਆਂ ਦੇ ਕਹਿਣ ਤੇ ਰਾਜਾ ਮੰਨ ਗਿਆ। ਵਿਆਸ ਬਿਰਤੰਤ ਹਿਰਦਾ ਬਿਸਰਾਇਆ, ਜੋ ਵੇਦ ਵਿਆਸ ਜੀ ਨੇ ਰਾਜੇ ਨੂੰ ਸਮਝਾਇਆ ਸੀ ਸਾਰਾ ਹੀ ਭੁੱਲ ਗਿਆ ਰਾਜਾ ਜਨਮੇਜਾ। ਮਖ ਆਰੰਭ ਕੇਨੋ ਤਿਹ ਕਾਲਾ, ਤੇ ਯੱਗ ਆਰੰਭ ਕਰ ਦਿੱਤਾ ਰਾਜਾ ਜਨਮੇਜਾ ਜੀ ਨੇ। ਚੜ ਕੇ ਜੀਤੇ ਨਿਰਪਤ ਬਿਸਾਲਾ, ਕਿਉਂਕਿ ਰਾਜਸਭਾ ਜੱਗ ਸੀਗਾ, ਜੱਗ ਦਾ ਘੋੜਾ ਛੱਡਿਆ, ਜਿਹੜਾ ਅੜ ਗਿਆ ਉਹ ਝਾੜ ਲਿਆ, ਜਿਹੜਾ ਹੱਥ ਜੋੜ ਕੇ ਮਿਲਿਆ ਉਹਨੂੰ ਨਾਲ ਮਿਲਾ ਲਿਆ। ਐਉਂ ਯੱਗ ਦਾ ਘੋੜਾ ਛੱਡ ਕੇ ਰਾਜਿਆਂ ਨੂੰ ਜਿੱਤਿਆ ਹੈ ਰਾਜੇ ਜਨਮੇਜੇ ਨੇ। ਅਨੇਕ ਪ੍ਰਕਾਰ ਸਵਾਰ ਆਹਾਰਾ, ਇਸ ਤਰ੍ਹਾਂ ਸਾਧ ਸੰਗਤ ਜੀ ਅਨੇਕਾਂ ਪ੍ਰਕਾਰ ਦੇ ਭੋਜਨ ਤਿਆਰ ਕਰਵਾਏ ਹਨ ਯੱਗ ਵਿੱਚ। ਬਿਪਰ ਬੁਲਾਏ ਬਹੁਤ ਅਗਾਰਾ, ਅਤੇ ਵੇਦਾਂ ਦੀਆਂ ਸ਼ਰੂਤੀਆਂ ਪਾਠ ਉਚਾਰਨ ਕਰਨ ਵਾਸਤੇ ਅਨੇਕਾਂ ਹੀ ਬ੍ਰਾਹਮਣਾਂ ਨੂੰ ਬੁਲਾਇਆ ਹੈ। ਗਮਨਿਓ ਦਾਨ ਦੇਨ ਕੇ ਹੇਤਾ, ਤੇ ਇਸ ਤਰ੍ਹਾਂ ਰਾਜਾ ਗਿਆ ਹੈ ਦਾਨ ਦੇਣ ਵਾਸਤੇ। ਇੱਕ ਪਟ ਮਹਿ ਪਟ ਰਾਨੀ ਸਮੇਤਾ, ਤੇ ਉਹ ਕਿਸ ਤਰ੍ਹਾਂ ਸੀ, ਸਾਰੇ ਕੱਪੜੇ ਉਤਾਰ ਦਿੱਤੇ, ਗਲ ਕੱਪੜਾ ਕੋਈ ਨਹੀਂ ਹੈ, ਇੱਕੋ ਹੀ ਕੱਪੜਾ ਸਰੀਰ ਦੇ ਉੱਤੇ ਲਪੇਟਿਆ ਹੋਇਆ, ਆਪ ਦੇ ਉੱਪਰ ਤੇ ਰਾਣੀ ਦੇ ਉੱਪਰ। ਬਿਪਰ ਬਿਰੰਦ ਕੇ ਵਿੱਚ ਪਹੁੰਚਾ, ਤੇ ਉਹ ਜਿਹੜੇ ਬ੍ਰਾਹਮਣ ਲੋਕ ਯੱਗ ਹੋਮ ਦੇ ਵਿੱਚ ਆਹੂਤੀਆਂ ਪਾ ਰਹੇ ਸੀਗੇ, ਅਗਨੀ ਦੇ ਵਿੱਚ ਵੇਦਾਂ ਦੀਆਂ ਸ਼ਰੂਤੀਆਂ ਪਾਠ ਉਚਾਰਨ ਕਰ ਰਹੇ ਸੀਗੇ, ਇੱਕੇ ਕੱਪੜੇ ਦੇ ਵਿੱਚ ਲਪੇਟਿਆ ਹੋਇਆ ਰਾਜਾ ਰਾਣੀ ਉਹਨਾਂ ਦੇ ਪਾਸ ਪਹੁੰਚੇ। ਭਇਓ ਪੌਨ ਤੇ ਪਟ ਉੱਚਾ, ਤੇ ਉਹ ਹਵਾ ਵਗੀ ਜ਼ੋਰ ਦੀ, ਕਿਉਂਕਿ ਹੋਰ ਤਾਂ ਕੋਈ ਕੱਪੜਾ ਨਹੀਂ ਸੀਗਾ, ਕੇਵਲ ਚੱਦਰ ਹੀ ਲਪੇਟੀ ਹੋਈ ਸੀ ਉੱਪਰ। ਹਵਾ ਜ਼ੋਰ ਦੀ ਚੱਲਣ ਦੇ ਨਾਲ ਉਹ ਕੱਪੜਾ ਸਰੀਰ ਤੋਂ ਉੱਪਰ ਹੋ ਗਿਆ। ਤੇਹ ਛੇਨ ਬਿਖੈ ਬਿਲੋ ਕੇ ਅੰਗਾ, ਤੇ ਉਹ ਨਾ ਸਰੀਰ ਨੰਗਾ ਹੋ ਗਿਆ ਰਾਣੀ ਰਾਜੇ ਦਾ। ਸਰਵ ਦੇ ਜਨ ਕੀ ਹਾਸ ਉਤੰਗਾ, ਇਹ ਕੌਤਕ ਦੇਖ ਕੇ ਉਹ ਜਿਹੜੇ ਬ੍ਰਾਹਮਣ ਸੀਗੇ ਉਹਨਾਂ ਦਾ ਹਾਸਾ ਨਿਕਲ ਗਿਆ। ਦੇਖ ਭੂਪ ਕ੍ਰੋਧਿਓ ਔਰ ਭਾਰਾ, ਇਹ ਦੇਖ ਕੇ ਵੀ ਇਹਨਾਂ ਬ੍ਰਾਹਮਣਾਂ ਨੇ ਚੰਗਾ ਨਹੀਂ ਕੀਤਾ ਹੈ। ਹਵਾ ਆਈ, ਕਪੜਾ ਉੱਡ ਗਿਆ, ਮਰਜ਼ਾਦਾ ਅਨੁਸਾਰ ਮੈਂ ਚਾਦਰ 'ਚ ਆਪਣੇ ਸਰੀਰ ਨੂੰ ਲਪੇਟ ਕੇ ਲਿਆਇਆਗਾ, ਮੈਂ ਨੰਗੇਜ ਹੋ ਗਿਆ, ਰਾਣੀ ਨੰਗੀ ਹੋ ਗਈ। ਇਹਨਾਂ ਨੇ ਹੱਸਿਆ ਕਿਉਂ, ਮਜ਼ਾਕ ਕਿਉਂ ਕੀਤੀ ਹੈ ਸਾਡੀ? ਉਚਿਤ ਅਨੁਚਿਤ ਕਛੁ ਨਾ ਵਿਚਾਰਾ, ਕੋਈ ਵਿਚਾਰ ਨਹੀਂ ਕੀਤੀ। ਵੇਦ ਵਿਆਸ ਜੀ ਦੇ ਦਿੱਤੇ ਹੋਏ ਬਚਨ ਵੀ ਭੁੱਲ ਗਏ,
ਠੀਕ ਕੀ ਹੋ ਰਿਹਾ, ਗਲਤ ਕੀ ਹੋ ਰਿਹਾ, ਕੀ ਹੋਵੇਗਾ, ਇਹਦਾ ਸਾਨੂੰ ਲਾਭ ਨੁਕਸਾਨ ਕੁਝ ਵੀ ਨਹੀਂ ਵਿਚਾਰਿਆ ਰਾਜੇ ਨੇ। ਪਕਰੇ ਨਿਰਪਤ ਬਹੁਤ ਬਿਪਜਾਰੇ। ਤੇ ਉਹ ਬਾਹਮਣ ਜਿਹੜੇ ਸੀ ਨਾ ਫੜ ਲੈ ਸਾਧ ਸੰਗਤ ਜੀ, ਤੇ ਉਹ ਦੱਸਦੇ ਆ ਵੀ ਬਿੰਨੂ ਬਣਾ ਕੇ ਨਾ ਜੇ ਟੋਕਰੀ ਚੱਕਦੇ ਸੇਵਾ ਵਾਲੇ ਮਹਾਂਪੁਰਖ ਦੇ ਸਿਰ ਤੇ ਬਿੰਨੂ ਰੱਖ ਲੈਂਦੇ ਵੀ ਸਿਰ ਦੇ ਵਿੱਚ ਟੋਕਰੀ ਨਾ ਚੁਭੇ। ਇਸ ਤਰ੍ਹਾਂ ਦੇ ਕਹਿੰਦੇ ਬਿੰਨੂ ਬਣਾ ਕੇ ਨਾ ਉਹ ਯੱਗ ਵਿੱਚ ਜਿਹੜੀ ਖੀਰ ਬਣਾਈ ਸੀਗੀ, ਕੜਛੇ ਸੜਦੀ ਸੜਦੀ ਉਬਲਦੀ ਖੀਰ ਦੇ ਭਰ ਭਰ ਸਿਰਾਂ ਵਿੱਚ ਪਾਇਓ, ਬਿੰਨੂ ਦੇ ਵਿੱਚ ਖੀਰ ਪਈ ਜਾਵੇ, ਐਂ ਜਿਉਂਦੇ ਸਾੜੇ ਬ੍ਰਾਹਮਣ ਸਾਰੇ ਜਨਮੇਜੇ ਨੇ। ਏਕ ਛੈਨ ਬਿਖੈ ਸਰਬ ਹਨ ਡਾਰੇ। ਇਸ ਤਰ੍ਹਾਂ ਝਟਪਟ ਹੀ ਉਹ ਜਿੰਨੇ ਬ੍ਰਾਹਮਣ ਸੀਗੇ ਸਾਰੇ ਜਿਉਂਦੇ ਸਾੜ ਦਿੱਤੇ। ਮਹਾ ਪਾਪ ਤੇ ਭਾ ਦੁਖ ਭਾਰੇ। ਇਸ ਤਰ੍ਹਾਂ ਸਾਧ ਸੰਗਤ ਜੀ ਵੱਡਾ ਗੁਨਾਹ ਹੋਇਆ, ਪਾਪ ਹੋਇਆ, ਰਾਜੇ ਦੇ ਪਾਸੋਂ ਭਲਾ ਕਰਦੇ ਕਰਦੇ ਤੋਂ ਬੁਰਾ ਹੋ ਗਿਆ। ਬੜਿਓ ਕੋਸ਼ਟ ਤਿਹ ਦੇਹ ਮਝਾਰੇ। ਤੇ ਪਾਪ ਕਰਮ ਕਰਨ ਦੇ ਨਾਲ ਇਹ ਰਾਜੇ ਨੂੰ ਫਿਰ ਕੋੜ ਹੋ ਗਿਆ। ਆਨ ਬਿਆਸ ਬਹੁਰੋ ਸਮਝਾਇਓ। ਵੇਦ ਵਿਆਸ ਜੀ ਨੇ ਬਹੁਤ ਸਮਝਾਇਆ ਆਣ ਕੇ। ਮਹਾਭਾਰਤ ਦੇ ਵਿੱਚ ਲਿਖਿਆ ਗਿਆ ਕਿ 18 ਬ੍ਰਾਹਮਣ ਸੀਗੇ ਮਾਰੇ, ਜਿਹੜੇ ਇਸ ਨੇ ਉਹ ਖੀਰ ਪਾ ਪਾ ਕੇ ਸੜਦੀ ਸੜਦੀ ਸਿਰ ਵਿੱਚ ਬਿੰਨੂ ਬੰਨ ਕੇ 18 ਪ੍ਰਕਾਰ ਦਾ ਕੋੜ ਹੋਇਆ। ਤੇ ਗਲ ਗਿਆ ਜਦ ਰਾਜਾ, ਫੇਰ ਆਏ ਵੇਦ ਵਿਆਸ ਜੀ, ਕਹਿਣ ਲੱਗੇ ਤੈਨੂੰ ਸਮਝਾਇਆ ਸੀ ਇਹ ਕਰਮ ਨਾ ਕਰੀ, ਤੂੰ ਆਪਣੇ ਬਜ਼ੁਰਗਾਂ ਦੀ ਉਂਗਲੀ ਉਠਾਈ ਸੀਗੀ, ਮੇਰੇ ਬਜ਼ੁਰਗਾਂ ਨੇ ਜੂਆ ਹੀ ਕਿਉਂ ਖੇਡਿਆ, ਘਰ ਵਾਲੀ ਹਾਰ ਗਏ, ਐਂ ਕਿਉਂ ਹੋਇਆ। ਉਹ ਤਾਂ ਤ੍ਰੈ ਕਾਲ ਦਰਸ਼ੀ ਸੀਗੇ, ਭਾਣਾ ਉਹਨਾਂ ਨੇ ਸਿਰ ਮੱਥੇ ਮੰਨਿਆ ਸਦਾ ਤੈਨੂੰ ਦੱਸ ਦਿੱਤਾ ਸੀ ਵੀ ਤੂੰ ਆਹ ਕੁਛ ਕਰਨਾ, ਬਚੀ, ਫੇਰ ਨਹੀਂ ਬਚਿਆ ਗਿਆ। ਪਰ ਹੁਣ ਹੀ ਮੇਰੀ ਗੱਲ ਨੂੰ ਮੰਨ ਲਈ, ਜੋ ਮੈਂ ਕਹੂੰਗਾ ਨਾ ਉਹਦੇ ਉੱਤੇ ਪਹਿਰਾ ਦੇਵੀਂ, ਕਿੰਤੂ ਪਰੰਤੂ ਨਾ ਕੋਈ ਕਿਸੇ ਤਰ੍ਹਾਂ ਦਾ ਕਰੀ। ਭਾਰਤ ਕੋ ਇਤਿਹਾਸ ਸੁਨਾਇਓ। ਸੋ ਇਸ ਤਰ੍ਹਾਂ ਕਹਿ ਕੇ ਵੇਦ ਵਿਆਸ ਜੀ ਨੇ ਮਹਾਭਾਰਤ ਦੀ ਸਾਰੀ ਕਥਾ ਜਿਹੜੀ ਸੀਗੀ ਉਹ ਰਾਜੇ ਜਨਮੇਜੇ ਨੂੰ ਸੁਣਾਈ। ਕਹਿਓ ਭੀਮ ਕੋ ਜਬ ਇਤਿਹਾਸਾ। ਜਿਸ ਵੇਲੇ ਭੀਮ ਦਾ ਇਤਿਹਾਸ ਜਿਹੜਾ ਸੀ ਜੰਗ ਦਾ ਆਇਆ, ਕਰੇ ਬਗਾਏ ਵੇਚ ਆਕਾਸ਼ਾ। ਕਿਉਂਕਿ ਗੁੱਸੇ ਵਿੱਚ ਆਣ ਕੇ ਭੀਮ ਨੇ ਹਾਥੀ ਪੂਛ ਤੋਂ ਫੜ ਫੜ ਕੇ ਘੁਮਾ ਕੇ ਆਕਾਸ਼ ਨੂੰ ਸਿੱਟ ਦਿੱਤੇ ਸੀ ਉੱਪਰ ਨੂੰ। ਸੋ ਅਬ ਲਾਓ ਉਪਰ ਪਰਮਾਏ। ਵਿਆਸ ਜੀ ਕਹਿਣ ਲੱਗੇ ਰਾਜਾ ਅਜੇ ਵੀ ਉਹ ਹਾਥੀ ਜਿਹੜੇ ਆਕਾਸ਼ ਦੇ ਵਿੱਚ ਹੀ ਉੱਡੇ ਫਿਰਦੇ ਆ, ਕਿਉਂਕਿ ਹਵਾ ਜਿਹੜੀ ਹੈ ਇਹ ਸੀਮਤ ਖਿੱਚ ਹੈ ਧਰਤੀ ਦੀ, ਤੇ ਜਦ ਉਹ ਖਿੱਚ ਤੋਂ ਉੱਪਰ ਹੋ ਜਾਂਦੀ ਕੋਈ ਵੀ ਵਸਤੂ ਫਿਰ ਉੱਪਰ ਹੀ ਰਹਿੰਦੀ, ਥੱਲੇ ਨੂੰ ਨਹੀਂ ਉਹ ਆਉਂਦੀ। ਇਸ ਤਰ੍ਹਾਂ ਹਾਥੀ ਜਿਹੜੇ ਹੈ ਧਰਤੀ ਦੀ ਖਿੱਚ ਤੋਂ ਉੱਪਰ ਚਲੇ ਗਏ, ਇੰਨੇ ਚੁੱਕ ਕੇ ਸਿੱਟੇ ਭੀਮ ਨੇ, ਤੇ ਅਜੇ ਵੀ ਉੱਪਰ ਹੀ ਉੱਡੇ ਫਿਰਦੇ ਆ, ਉਹ ਥੱਲੇ ਧਰਤੀ ਤੇ ਨਹੀਂ ਆਏ ਹਨ। ਬਹੁਰ ਨਾ ਪਰੇ ਧਰਾ ਪਰ ਆਏ। ਧਰਤੀ ਤੇ ਪਹੁੰਚੇ ਨਹੀਂ ਅਜੇ ਤੱਕ, ਹਾਥੀ ਉੱਪਰ ਹੀ ਉੱਡੇ ਫਿਰਦੇ ਘੁੰਮਦੇ ਫਿਰਦੇ ਆ। ਸੁਨ ਕੈ ਪੂਪ ਨਾ ਮਾਨੇ ਬਾਣੇ। ਇਹ ਬਚਨ ਰਾਜੇ ਜਨਮੇਜੇ ਜੀ ਨੇ ਸੁਣੇ। ਕਹਿਣ ਲੱਗਾ ਮੈਂ ਬੜੇ ਚਿਰ ਦਾ ਝੂਠ ਸੁਣੀ ਜਾਂਦਾ, ਮੰਨੀ ਜਾਂਦਾ, ਪਰ ਆਹ ਝੂਠ ਮੇਰੇ ਤੋਂ ਨਹੀਂ ਸੁਣਿਆ ਜਾਂਦਾ। ਇਹ ਕਿਵੇਂ ਹੋ ਸਕਦਾ ਹੈਗਾ? ਹਾਥੀ ਜਿਹੜੇ ਐ ਭੀਮ ਨੇ ਚੱਕ ਕੇ ਸੁੱਟੇ ਹੁਣ ਆਕਾਸ਼ ਨੂੰ, ਤੇ ਥੱਲੇ ਹੀ ਨਾ ਆਏ ਹੁਣ, ਅਜੇ ਤੱਕ ਵੀ ਉੱਪਰ ਹੀ ਘੁੰਮਦੇ ਫਿਰਦੇ ਐ। ਨਾਕ ਐਂਠ ਬੈਠਿਓ ਬਿਨ ਜਾਣੇ। ਇਸ ਤਰ੍ਹਾਂ ਸਾਧ ਸੰਗਤ ਜੀ ਅਣਜਾਣ ਰਾਜੇ ਨੇ ਨੱਕ ਚੜਾਇਆ ਹੈ ਗੱਲ ਸੁਣ ਕੇ। ਮੰਤਰ ਸ਼ਕਤ ਤੇ ਬਿਆਸ ਉਤਾਰੇ। ਵੇਦ ਵਿਆਸ ਜੀ ਨੇ ਕਹਿੰਦੇ ਉਸ ਵੇਲੇ ਫਿਰ ਮੰਤਰਾਂ ਦੀ ਸ਼ਕਤੀ ਦੇ ਨਾਲ ਹਵਾ ਰੋਕ ਦਿੱਤੀ, ਕਿਉਂਕਿ ਹਵਾ ਹੀ ਇਹ ਸਾਰੀਆਂ ਚੀਜ਼ਾਂ ਨੂੰ ਉੱਪਰ ਲਈ ਫਿਰਦੀ। ਹਵਾ ਰੋਕੀ ਤੇ ਉਹ ਹਾਥੀਆਂ ਦੇ ਕੁਰੰਗ ਜਿਹੜੇ ਧਰਤੀ ਤੇ ਡਿੱਗਣੇ ਸ਼ੁਰੂ ਹੋ ਗਏ। ਸਭਾ ਮਝਾਰੇ ਸਭਨ ਦਿਖਾਰੇ। ਉਹ ਜਿੰਨੇ ਵੀ ਸਭਾ ਬੈਠੀ ਹੋਈ ਸੀ ਹਾਥੀਆਂ ਦੇ ਕੁਰੰਗ ਜਿਹੜੇ ਆ ਉੱਥੇ ਡਿੱਗੇ, ਸਭ ਨੇ ਦੇਖੇ। ਕੋਸ਼ਟ ਨਾਕ ਮਹਿ ਰਹਿਓ ਤਦਾਏ। ਇਸ ਤਰ੍ਹਾਂ ਸੰਗਤ ਜੀ ਉਹ ਜਿਹੜਾ ਨੱਕ ਦੇ ਉੱਤੇ ਕੋੜ ਸੀਗਾ ਰਾਜੇ ਜਨਮੇਜੇ ਨੂੰ, ਉਹ ਰਹਿ ਗਿਆ। ਰੋਇਓ ਜਨਮੇਜਾ ਦੁਖ ਪਾਏ। ਤੇ ਇਸ ਤਰ੍ਹਾਂ ਮਹਾਰਾਜ ਦੱਸਦੇ ਆ ਵੀ ਰਾਜਾ ਜਨਮੇਜਾ ਫਿਰ ਉਸ ਵੇਲੇ ਰੋਇਆ ਵੀ ਮੇਰੇ ਕਰਮ ਮਾੜੇ। ਵਿਆਸ ਜੀ ਨੇ ਪਹਿਲਾਂ ਸਮਝਾਇਆ ਸੀ ਘੋੜੀ ਨਾ ਲਈ, ਸ਼ਿਕਾਰ ਨਾ ਜਾਈ, ਸਭ ਹੋਇਆ। ਸਭ ਹੋਣ ਤੋਂ ਬਾਅਦ ਵੀ ਮੈਨੂੰ ਅਕਲ ਨਹੀਂ ਆਈ। ਮੈਨੂੰ ਕਹਿੰਦੇ ਸੀ ਸੂਰਮਿਆਂ ਦੀ ਕਥਾ ਤੈਨੂੰ ਸੁਣਾਉਣੇ ਆ, ਜਿਹਦੇ ਸੁਣਨ ਦੇ ਨਾਲ ਸਰੀਰ ਦੇ ਸਾਰੇ ਰੋਗ ਹੀ ਦੂਰ ਹੋ ਜਾਂਦੇ ਆ। ਦਸਮ ਕਥਾ ਭਗਵਤ ਕੀ ਭਾਖਾ ਕਰੀ ਬਣਾਏ, ਅਵਰ ਵਾਸ਼ਨਾ ਨਾਏ ਪ੍ਰਭ ਧਰਮ ਯੁੱਧ ਕੇ ਚਾਏ। ਇਹ ਸੂਰਮਿਆਂ ਦੀ ਕਥਾ, ਯੋਧਿਆਂ ਦੀ ਕਥਾ, ਇਹ ਸਾਧ ਸੰਗਤ ਜੀ ਸੁਣਨ ਦੇ ਨਾਲ ਧਰਮ ਜੰਗ, ਧਰਮ ਯੁੱਧ ਦਾ ਚਾਅ ਮਨ ਵਿੱਚ ਪੈਦਾ ਹੁੰਦਾ ਹੈ।
ਸਰੀਰ ਅਰੋਗ ਹੁੰਦਾ, ਹਰ ਵੇਲੇ ਜੀਵ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ। ਇਸ ਵਾਸਤੇ ਮਹਾਰਾਜ ਨੇ ਕਲਗੀਧਰ ਪਾਤਸ਼ਾਹ ਨੇ ਇਹ ਕਿਰਪਾ ਕੀਤੀ ਹੈ। ਫਿਰ ਰੋਇਆ, ਕਹਿਣ ਲੱਗਾ ਮੱਤ ਮਾਰੀ ਗਈ ਮੇਰੀ, ਮੈਂ ਹੁਣ ਹੀ ਨਾ ਕਹਿੰਦਾ ਵੀ ਇਹ ਮੈਂ ਨਹੀਂ ਮੰਨਦਾ, ਹਾਥੀ ਨਹੀਂ ਜਾ ਸਕਦੇ, ਇਹੀ ਨਾ ਗੱਲ ਮੋੜਦਾ ਤੇ ਮੈਂ ਵੱਜ ਜਾਂਦਾ। ਤਿਸ ਤੇ ਛੂਟ ਗਏ ਤਨ ਪ੍ਰਾਨਾ। ਇਸ ਤਰ੍ਹਾਂ ਸਾਧ ਸੰਗਤ ਜੀ 18 ਪ੍ਰਕਾਰ ਦੇ ਕੋੜ ਦੇ ਵਿੱਚੋਂ ਉਹ ਜਿਹੜਾ ਨੱਕ ਤੇ ਕੋੜ ਲੱਗਾ ਹੋਇਆ ਸੀ ਉਹਦੇ ਨਾਲ ਗਲ ਕੇ ਇਹ ਰਾਜਾ ਜਨਮੇਜੇ ਦੀ ਮੌਤ ਹੋ ਗਈ। ਕੀਨੋ ਤਬੈ ਪਰਲੋਕ ਪਿਆਨਾ। ਇਸ ਤਰ੍ਹਾਂ ਇਹ ਲੋਕ ਨੂੰ ਤਿਆਗ ਕੇ ਜਨਮੇਜਾ ਪਰਲੋਕ ਨੂੰ ਚਲਾ ਗਿਆ। ਇਸ ਜਗ ਮੈਂ ਹੈ ਆਨੰਦਤ ਗਿਆਨੀ। ਇਹ ਸੰਸਾਰ ਦੇ ਵਿੱਚ ਖੁਸ਼ ਹਨ, ਪ੍ਰਸੰਨ ਹਨ ਕੌਣ? ਜਿਹੜੇ ਗਿਆਨਵਾਨ ਹਨ, ਜਿਹੜੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਸੇ ਪਾਤਸ਼ਾਹੀਆਂ ਮਹਾਰਾਜ ਜੀ ਦੇ ਸਰੂਪ ਨੂੰ, ਬਾਣੀ ਨੂੰ ਇੱਕ ਕਰਕੇ ਮੰਨਦੇ ਆ, ਕੋਈ ਵਿਤਕਰਾ ਨਹੀਂ ਰੱਖਦੇ, ਉਹਦੇ ਭਾਣੇ ਦੇ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕਰਦੇ ਆ। ਆਮ ਹੀ ਗੁਰਸਿੱਖਾਂ ਨੂੰ ਤੁਸੀਂ ਦੇਖਿਆ ਹੋਵੇਗਾ, ਸਵੇਰੇ ਨਿਤਨੇਮ ਕਰਦੇ, ਅਰਦਾਸ ਕਰਦੇ, ਸੱਚੇ ਪਾਤਸ਼ਾਹ 4 ਪਹਿਰ ਰਹਿਣ ਤੁਹਾਡੇ ਭਾਣੇ ਵਿੱਚ ਸੁਖ ਆਨੰਦ ਦੀ ਬਤੀਤ ਹੋਈ, 4 ਪਹਿਰ ਦਿਨ ਆਇਆ ਸੁਖ ਆਨੰਦ ਦਾ ਬਤੀਤ ਕਰਨਾ। ਪੱਟੀ ਸਾਧ ਸੰਗਤ ਜੀ ਮੀਆਂ ਮੀਰ ਦੀ ਜੇਲ੍ਹ ਦੇ ਵਿੱਚ ਉਹ ਬੀਬੀਆਂ ਜਿਨ੍ਹਾਂ ਦੇ ਢਿੱਡ ਦੇ ਉੱਤੇ ਸਵਾ ਮਣ ਦਾ ਗੋਲਾ ਰੱਖਿਆ ਜਾਂਦਾ, ਗਰਭਵਤੀ ਮਾਤਾਵਾਂ, ਔਰ ਇਸੇ ਤਰ੍ਹਾਂ ਖੰਨੀ ਰੋਟੀ, ਚੌਥਾ ਹਿੱਸਾ ਚੱਪਾ ਰੋਟੀ ਦਾ ਦੇਣਾ ਤੇ ਇੱਕ ਪਿਆਲਾ ਪਾਣੀ ਦਾ, ਸਾਰਾ ਦਿਨ ਚੱਕੀ ਪਸਾਉਣੀ ਉਹਨਾਂ ਪਾਸੋਂ। ਉਹਨਾਂ ਨੇ ਵੀ ਇਹੀ ਅਰਦਾਸ ਕਰਨੀ, ਹੈ ਵਾਹਿਗੁਰੂ ਤੁਹਾਡੇ ਭਾਣੇ ਵਿੱਚ 4 ਪਹਿਰ ਦਿਨ ਸੁਖ ਆਨੰਦ ਦਾ ਬਤੀਤ ਹੋਇਆ, 4 ਪਹਿਰ ਰਾਤ ਆਈ ਸੁਖ ਦੀ ਬਤੀਤ ਕਰਾਉਣੀ। ਦੰਦ ਜੁੜ ਜਾਂਦੇ ਸੁਣ ਕੇ ਜ਼ਾਲਮਾਂ ਦੇ, ਇਦੋਂ ਵੱਧ ਤਸ਼ੱਦਦ ਕੀ ਹੋ ਸਕਦਾ ਹੈ। ਫਿਰ ਵੀ ਕਹਿੰਦੇ ਆ ਤੇਰੇ ਭਾਣੇ ਵਿੱਚ 4 ਪਹਿਰ ਦਿਨ ਸੁਖ ਦਾ ਬਤੀਤ ਹੋਇਆ। ਜਿਹੜੇ ਗੁਰਮੁਖ ਜਨ ਹਨ ਸੰਗਤ ਜੀ, ਉਹ ਕਦੀ ਵੀ ਪਰਮੇਸ਼ਵਰ ਨੂੰ ਉਲਾਂਭਾ ਨਹੀਂ ਦਿੰਦੇ ਹਨ, ਉਹਦੇ ਭਾਣੇ ਵਿੱਚ ਪ੍ਰਸੰਨ ਰਹਿੰਦੇ ਹਨ। ਅਪਰ ਸ੍ਰੇਸ਼ਟ ਸਭ ਦੁਖੇ ਮਹਾਨੇ। ਬਾਕੀ ਸੰਸਾਰ ਦੇ ਲੋਕ ਸਾਰੇ ਦੁਖੀ ਹੈ, ਸੁਖੀ ਉਹੀ ਹੈ ਜਿਹੜੇ ਗਿਆਨੀ ਲੋਕ ਹਨ, ਗਿਆਨਵਾਨ ਹਨ, ਨਾਮ ਤਰੀਕ ਗਿਆਨੀ ਨਹੀਂ। ਕਿਉਂਕਿ ਭਗਤ ਕਬੀਰ ਸਾਹਿਬ ਜੀ ਨੇ ਗਿਆਨੀਆਂ ਨੂੰ ਵੀ ਚਪੇੜਾਂ ਬੜੀਆਂ ਖਿੱਚ ਕੇ ਮਾਰੀਆਂ। ਹਿਰਦੇ ਕਵਟ ਮੁਖ ਗਿਆਨੀ, ਝੂਠੇ ਕਾਂ ਬਲੋਬਸ ਪਾਣੀ। ਨਾਮ ਤਰੀਕ ਗਿਆਨੀ ਨਹੀਂ, ਜਿਹੜੇ ਸੱਚੇ ਗਿਆਨਵਾਨ ਹਨ, ਜਿਨ੍ਹਾਂ ਦੇ ਹਿਰਦੇ ਵਿੱਚ ਗਿਆਨ ਹੈ ਕਿ ਇਹ ਸੰਸਾਰ ਜਿਹੜਾ ਹੈ ਇੱਥੇ ਥਿਰ ਕੋਈ ਰਹਿਣ ਵਾਲੀ ਚੀਜ਼ ਨਹੀਂ ਹੈ। ਜੋ ਦ੍ਰਿਸ਼ਟਮਾਨ ਪਸਾਰਾ ਸਾਡੀਆਂ ਅੱਖਾਂ ਦੇ ਸਾਹਮਣੇ ਹੈ ਉਹ ਸਾਰਾ ਨਾਸ ਹੋਣ ਵਾਲਾ ਹੈ। ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਤੇਰੇ ਮਾਂ ਪਿਓ ਕਿੱਥੇ ਜਿਨ੍ਹਾਂ ਨੇ ਤੈਨੂੰ ਪੈਦਾ ਕੀਤਾ ਸੀ? ਜੇ ਉਹ ਨਹੀਂ ਰਿਹਾ ਤੇ ਰਹਿਣਾ ਤੂੰ ਵੀ ਨਹੀਂ। ਤੇਰਾ ਮਨ ਕਿਉਂ ਨਹੀਂ ਪਤੀਜਦਾ ਅਜੇ ਵੀ? ਕਿਉਂ ਇਹ ਸੱਚਾਈ ਮੰਨਣ ਤੋਂ ਮਨੁੱਕਰ ਕਿਉਂ ਹੋ ਰਿਹਾ ਹੈ ਤੂੰ? ਸੋ ਇਸ ਵਾਸਤੇ ਜਿਹੜੇ ਗਿਆਨੀ ਪੁਰਸ਼ ਹਨ, ਗਿਆਨਵਾਨ ਹਨ, ਉਹ ਸੁਖੀ, ਬਾਕੀ ਸਾਰਾ ਸੰਸਾਰ ਦੁਖੀ ਹੈ। ਪੀਰ ਜੇ ਸ਼ੇਖ ਮਸਾਇਕ ਜੇਤੇ। ਇਹ ਜਿੰਨੇ ਵੀ ਸਾਧ ਸੰਗਤ ਜੀ, ਸ਼ੇਖ ਪੀਰ ਮਸਾਇਕ ਆਦਿਕ, ਡਰਤ ਕਾਲ ਤੇ ਰੋਵਹਿ ਤੇ ਇਹ ਸਾਰੇ ਮੌਤ ਤੋਂ ਡਰਦੇ ਹਨ ਤੇ ਰੋਂਦੇ ਐ ਮੌਤ ਤੋਂ ਡਰਦੇ ਹੋਏ। ਇਹ ਤਾਂ ਖਾਲਸੇ ਨੇ ਖੜਾਵੀ ਮੌਤ ਨੂੰ ਜਾਣਿਆ, ਬਾਕੀ ਸਾਰੇ ਲੋਕ ਰੋਂਦੇ ਮੌਤ ਤੋਂ। ਦੋਹਰਾ ਗੋਪੀ ਚੰਦ ਨਿਰਭਰ ਥਰੇ ਰੋਵਹਿ ਕੰਨ ਪੜਾਏ। ਇਸ ਤਰ੍ਹਾਂ ਸਾਧ ਸੰਗਤ ਜੀ ਰਾਜਾ ਗੋਪੀ ਚੰਦ ਹੋਇਆ ਹੈਗਾ। 16,000 ਰਾਣੀਆਂ ਕਹਿੰਦੇ ਸੀਗੀਆਂ ਤੇ ਉਹਨੇ ਵੀ ਰਾਜ ਪਾੜ ਤਿਆਗਿਆ ਤੇ ਕੰਨ ਪੜਾ ਕੇ ਜੋਗੀ ਬਣ ਗਿਆ। ਭਰਥਰੀ ਰਾਜਾ ਸੀ ਬਹੁਤ ਵੱਡਾ, ਉਹ ਵੀ ਯੋਗ ਮਤ ਨੂੰ ਧਾਰਨ ਕਰ ਗਿਆ, ਕੰਨ ਪੜਾ ਕੇ ਰੋਇਆ। ਘਰ ਤਜ ਬਾਹਰ ਨਿਕਸ ਕੈ ਪੁਨ ਕਰ ਮੰਗਣ ਜਾਏ। ਉਹ ਕਿਉਂ ਰੋਏ? ਪਹਿਲਾਂ ਤਾਂ ਆਪਣਾ ਘਰ ਛੱਡਿਆ, ਰਾਜ ਪਾਟ ਛੱਡਿਆ, ਦੁਨੀਆ ਦੇ ਸੁੱਖ ਸੁਵਿਧਾ ਸਾਰੀਆਂ ਤਿਆਗੀਆਂ ਤੇ ਜੰਗਲ ਵਿੱਚ ਚਲੇ ਗਏ, ਯੋਗ ਮਤ ਨੂੰ ਧਾਰਨ ਕਰ ਲਿਆ। ਤੇ ਯੋਗ ਮਤ ਨੂੰ ਧਾਰਨ ਕਰਕੇ ਫਿਰ ਘਰ ਘਰ ਜਾ ਕੇ ਭਿਖਿਆ ਮੰਗ ਕੇ ਖਾਣੀ ਪਈ। ਆਪਣੇ ਘਰੇ ਵੀ ਭਿਖਿਆ ਲੈਣ ਨੂੰ ਆਉਣਾ ਪਿਆ। ਸਾਰਾ ਕੁਝ ਦੇਖ ਕੇ ਰੋਏ ਰਾਜੇ ਕੰਨ ਪੜਾ ਕੇ। ਚਾਉ ਪਏ ਬਹੁਤ ਯਤਨ ਕਰ ਦਰਬ ਕਮਾਇਓ। ਬਹੁਤ ਯਤਨ ਤਰੀਕਿਆਂ ਦੇ ਨਾਲ ਪੈਸਾ ਇਕੱਠਾ ਕੀਤਾ। ਰੋਵਹਿ ਕਿਰਪਨ ਜਾਏ ਗਵਾਇਓ। ਤੇ ਉਹ ਜਿਹੜਾ ਸੂਮ ਬੰਦਾ ਹੁੰਦਾ ਹੈ ਨਾ, ਉਹ ਮਾਇਆ ਇਕੱਠੀ ਕਰ ਲੈਂਦਾ, ਜੋੜਦਾ ਹੈ। ਤੇ ਪਰ ਜਦੋਂ ਮਾਇਆ ਸਾਥ ਨਹੀਂ ਨਾ ਦਿੰਦੀ, ਛੱਡ ਜਾਂਦੀ ਹੈ ਸਾਥ, ਫਿਰ ਦੁਹੱਥੜਾ ਮਾਰ ਮਾਰ ਰੋਂਦਾ, ਬਾਬਾ ਮਾਇਆ ਸਾਥ ਨਾ ਹੋਏ। ਇਹ ਕਿਸੇ ਦਾ ਸਾਥ ਤਾਂ ਦਿੰਦੀ ਨਹੀਂ ਹੈ। ਤੇ ਨਾਲ ਹੀ ਸਤਿਗੁਰਾਂ ਦੇ ਬਚਨ ਹੈ, ਪਾਪਾਂ ਬਾਝੋਂ ਹੋਵੇ ਨਾ ਹੀ ਮੋਇਆ ਸਾਥ ਨਾ।
ਪਾਪ ਕਰਮ ਕੀਤੇ ਬਿਨ ਇਕੱਠੀ ਨਹੀਂ ਹੁੰਦੀ। ਇਹ ਤਾਂ ਗੁਜਰਾਨ ਹੈ, ਰੁਜ਼ਗਾਰ ਪਰਮੇਸ਼ਵਰ ਨੇ ਦਿੱਤਾ ਹੋਇਆ ਹੈ ਮਾਇਆ ਦਾ, ਤੇ ਪਾਪਾਂ ਤੋਂ ਬਿਨਾਂ ਬਹੁਤੀ ਆਉਂਦੀ ਨਹੀਂ, ਤੇ ਜਾਣ ਲੱਗਿਆਂ ਵੀ ਫਿਰ ਇੱਕ ਛਿਨ ਮਾਤਰ ਹੀ ਲਾਉਂਦੀ, ਫਿਰ ਮਨੁੱਖ ਰੋਂਦਾ ਹੈ। ਕਿਰਪਨ ਜਿਹੜੇ ਕੰਜੂਸ ਲੋਕ ਹੈ, ਸੂਮ ਹੈ, ਮਾਇਆ ਜਾਣ ਤੋਂ ਦੁਹੱਥੜਾ ਮਾਰ ਮਾਰ ਕੇ ਰੋਂਦੇ ਹਨ। ਉਹ ਤਾਂ ਸੁਪਨੇ ਵਿੱਚ ਵੀ ਨਹੀਂ ਮਾਇਆ ਦਿੰਦੇ। ਸੁਪਨੇ ਵਿੱਚ ਕਹਿੰਦੇ ਹੈ, ਭਾਈ ਗੁਰਦਾਸ ਸਾਹਿਬ ਜੀ ਦਾ ਕਵਿਤਾ ਕਹਿੰਦੇ, ਇੱਕ ਨਾ ਸੂਮ ਸੀਗਾ ਤੇ ਖੂਹ ਤੋਂ ਨਹਾ ਕੇ ਤੇ ਉੱਥੇ ਸੌਂ ਗਿਆ, ਤੇ ਉਹਨੂੰ ਨਾ ਸੁਪਨਾ ਆਇਆ, ਕੋਈ ਮੰਗਤਾ ਆ ਗਿਆ ਵੀ ਮੈਨੂੰ ਦੇ ਕੁਛ, ਤੇ ਉਹ ਰੁਪਈਆ ਕੱਢ ਕੇ ਜੇਬ 'ਚੋਂ ਲੱਗਾ ਦੇਣ, ਤੇ ਉਹਦੀ ਅੱਖ ਖੁੱਲ੍ਹ ਗਈ, ਨੀਂਦ ਖੁੱਲ੍ਹ ਗਈ। ਕਹਿਣ ਲੱਗਾ, ਹਾਏ ਰੇ ਦਈਆ, ਨੀਂਦ ਨਾ ਖੋਲਤੀ, ਆਂਖ ਨਾ ਖੋਲਤੀ ਤੋਂ ਜਾਤਾ ਰੁਪਈਆ। ਕਈ ਸੁਪਨੇ ਵਿੱਚ ਵੀ ਸੂਮ ਇਹੋ ਜਿਹੇ ਸੁਪਨੇ ਵਿੱਚ ਵੀ ਨਹੀਂ ਦਾਨ ਕਰ ਸਕਦੇ। ਸਾਧ ਸੰਗਤ ਜੀ, ਦਾਨੀਆਂ ਦੀ ਸਦਾ ਹੀ ਜੜ ਹਰੀ ਹੁੰਦੀ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਬਖਸ਼ਿਸ਼ ਕਰਨ, ਤਾਂ ਇਹ ਸਮੱਤ ਆਉਂਦੀ ਹੈ ਭਈ ਤੇਰੇ ਪਾਸ ਜੋ ਹੈ ਦਿੱਤਾ ਕਿਹਦਾ ਹੋਇਆ? ਪਰਮੇਸ਼ਵਰ ਦਾ ਦਿੱਤਾ ਹੋਇਆ। ਤੇ ਇਹ ਹੱਥ ਪੈਰ ਇਹਨਾਂ ਨੂੰ ਤੇ ਲੱਖਾਂ ਹੀ ਲਾਣ ਦਾ, ਜੇ ਸੇਵਾ ਨਹੀਂ ਕਰਦੇ, ਪੁੰਨਦਾਨ ਨਹੀਂ ਕਰਦੇ ਹਨ। ਬਿਨ ਸੇਵਾ ਧਰਿਗ ਹੱਥ ਪੈਰ ਹੋਰ ਨੇਫਲ ਕਰਨੀ। ਉਹ ਸੂਮ ਬੰਦਾ ਜੋੜਦਾ ਰਹਿੰਦਾ, ਜੋੜਦਾ ਰਹਿੰਦਾ। ਜੇ ਕਿਤੇ ਉਹਦੇ ਪਾਸੋਂ ਮਾਇਆ ਚਲੇ ਜੇ ਤੇ ਸਾਰਾ ਟੱਬਰ ਹੀ ਮਰਨ ਵਾਲਾ ਹੋ ਕੇ ਰੋਣ ਲੱਗ ਪੈਂਦਾ ਹੈ। ਪੰਡਿਤ ਉਚਰਹਿ ਮੁਖ ਤੇ ਗਿਆਨਾ। ਉਹ ਜਿਹੜੇ ਪੰਡਿਤ ਲੋਕ ਹੈ, ਗਿਆਨੀ ਲੋਕ ਹੈ, ਵਿਦਵਾਨ ਲੋਕ ਹੈ, ਬਹੁਤ ਲੋਕਾਂ ਨੂੰ ਕਥਾ ਕਰ ਕਰਕੇ ਸੁਣਾਉਂਦੇ ਆ, ਗਿਆਨ ਦੱਸਦੇ ਹਨ। ਨਹੀਂ ਕਮਾਵਹਿ ਜਿਉ ਅਗਿਆਨਾ। ਪਰ ਉਹ ਆਪ ਨਹੀਂ ਕਮਾਉਂਦੇ। ਸੱਚੇ ਪਾਤਸ਼ਾਹ ਕਹਿੰਦੇ, ਅਬ ਰਹਿ ਕੋ ਉਪਦੇਸ਼ ਤੇ ਮੁਖ ਮੇ ਪਰ ਹੈ ਰੇਤ, ਰਾਸ ਬਗਾਨੀ ਰਾਖ ਤੇ ਖਾਇਆ ਘਰ ਕਾ ਖੇਤ। ਕਹਿਣ ਲੱਗੇ ਲੋਕਾਂ ਨੂੰ ਉਪਦੇਸ਼ ਦਿੰਦੇ ਆ ਤੇ ਉਹਨਾਂ ਦੀ ਖੇਤੀ ਦੇ ਬੋਲ ਬਣਾਉਂਦੇ ਆ ਵੀ ਆਹ ਕਰੋ ਤੇ ਐਂ ਭਲਾ ਹੋਵੇਗਾ, ਆਪ ਕੱਖ ਨਹੀਂ ਕਰਦੇ। ਤੇ ਮਹਾਰਾਜ ਕਹਿੰਦੇ, ਇਹ ਜਿਹੇ ਗਿਆਨੀਆਂ ਦੇ ਮੂੰਹ ਵਿੱਚ ਤੱਤੀ ਸੜਦੀ ਰੇਤਾ ਪਾਉਣੀ ਚਾਹੀਦੀ, ਜ਼ਬਾਨ ਇੱਕ ਸਾਰੀ ਸਾੜਨੀ ਚਾਹੀਦੀ। ਇਹਨਾਂ ਦੀ ਲੋਕਾਂ ਨੂੰ ਤਾਂ ਬੜਾ ਘੋਟ ਘੋਟ ਕੇ ਗਿਆਨ ਦਿੰਦੇ, ਆਪ ਇੱਕ ਰੱਤੀ ਵੀ ਨਹੀਂ ਕਮਾਉਂਦੇ ਹਨ। ਅੰਤ ਕਾਲ ਜਮ ਕੇ ਬਸ ਹੋਏ। ਇਹ ਜੇ ਲੋਕ ਲੋਕਾਂ ਨੂੰ ਉਪਦੇਸ਼ ਦੇ ਕੇ ਭਲਾ ਕਰਾਉਣ ਵਾਲੇ, ਆਪ ਨਾ ਕਮਾਉਣ ਵਾਲੇ, ਅੰਤ ਸਮੇਂ ਵੱਡਾ ਭਾਰੀ ਦੁੱਖ ਭੋਗਦੇ ਆ, ਜਮਾਂ ਦੇ ਹੱਥ ਵਿੱਚ ਜਾਂਦੇ ਹਨ। ਦੁੱਖ ਪਾਵਹਿ ਰੋਵਹਿ ਤਾਬ ਸੋਏ। ਤੇ ਇਸ ਤਰ੍ਹਾਂ ਦੁੱਖ ਭੋਗਦੇ ਹੋਏ ਅੰਤ ਦੇ ਸਮੇਂ ਤੇ ਰੋਂਦੇ ਨੇਗੇ ਇਹ ਵੱਡੇ ਵੱਡੇ ਵਿਦਵਾਨ, ਲੋਕਾਂ ਨੂੰ ਉਪਦੇਸ਼ ਦੇਣ ਵਾਲੇ, ਆਪ ਨਾ ਕਮਾਉਣ ਵਾਲੇ। ਭਰਤਾ ਮਿਰਤੁ ਪਏ ਤੇ ਨਾਰੇ। ਜਿਸ ਤਰ੍ਹਾਂ ਸਾਧ ਸੰਗਤ ਜੀ, ਜੀਵ ਮਰ ਜਾਂਦਾ ਹੈ ਤੇ ਉਹਦੇ ਘਰ ਵਾਲੀ ਜਿਹੜੀ ਹੈ ਆਪਣੇ ਪਤੀ ਮਰੇ ਹੋਏ ਨੂੰ ਦੇਖ ਕੇ ਰੋਂਦੀ ਹੈ। ਰੋਵਹਿ ਸੇ ਗੁਣ ਕਰਤ ਉਚਾਰੇ। ਤੇ ਨਿਰਾ ਰੋਂਦੀ ਨਹੀਂ, ਨਾਲ ਬਿਰਲਾਪ ਕਰਦੀ ਹੈ ਉਹਦੇ ਗੁਣਾਂ ਨੂੰ ਉੱਚੀ ਉੱਚੀ। ਸਾਡਾ ਆਹ ਕੰਮ ਕੌਣ ਕਰੂਗਾ, ਸਾਡਾ ਇਹ ਕਿਸ ਤਰ੍ਹਾਂ ਹੋਵੇਗਾ, ਤੁਸੀਂ ਚਲੇ ਗਏ ਇਹ ਕਿਉਂ ਕੌਣ ਕਰੂਗਾ, ਇਹ ਜੇ ਜਾਣੀ ਬਿਰਲਾਪ ਕਰ ਕਰਕੇ ਰੋਂਦੀ ਇਸਤਰੀ। ਸ਼੍ਰੀ ਗੁਰ ਕਹੈ ਮਰਦਾਨਾ ਸੁਣੀਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਨਾਨਕ ਸਾਹਿਬ ਗਰੀਬ ਨਿਵਾਜ ਜੀ ਕਹਿਣ ਲੱਗੇ, ਹੈ ਭਾਈ ਮਰਦਾਨਿਆ, ਸਾਡਾ ਬਾਚਨ ਸੁਣ। ਸਭ ਸੰਸਾਰ ਦੁਖ ਹੈ ਗੁਨੀਏ। ਕਿ ਜਿੰਨਾ ਵੀ ਸੰਸਾਰ ਹੈ ਨਾ, ਨਾਨਕ ਦੁਖੀਆ ਸਭ ਸਾਰਾ ਸੰਸਾਰ ਹੀ ਦੁਖੀ ਹੈ। ਫਸੇ ਮੋਹ ਮਹਿ ਰਹਿਤ ਦੁਖਾਰੇ। ਇਹ ਦੁਖੀ ਕਿਉਂ ਹੋ ਰਹੇ ਨੇ? ਇਹ ਮੋਹ ਦੇ ਜਾਲ ਦੇ ਵਿੱਚ ਫਸੇ ਹੋਏ ਦੁਖੀ ਹੋ ਰਹੇ ਨੇ, ਮੋਹ ਦੇ ਵਿੱਚ ਬੱਧੇ ਹੋਏ ਦੁਖੀ ਹੋ ਰਹੇ ਹਨ। ਆਪਣੇ ਆਪਣੇ ਮਤਲਬ ਨੂੰ, ਆਪਣੇ ਆਪਣੇ ਲਾਲਚ ਨੂੰ ਬਾਬਾ ਧੰਦਾ ਰੋਈਆ। ਆਪਣੇ ਆਪਣੇ ਧੰਦਿਆਂ ਨੂੰ ਹਰ ਕੋਈ ਰੋਂਦਾ ਹੈ, ਲਾਲਚ ਨੂੰ ਰੋਂਦਾ ਹੈ, ਲੋਭ ਨੂੰ ਰੋਂਦਾ ਹੈ, ਮੋਹ ਦੇ ਵਿੱਚ ਪਿਆ ਹੋਇਆ। ਜਗਤ ਉਧਦ ਕੋ ਪਾਏ ਨਾ ਪਾਰੇ। ਇਹ ਜਿਹੜਾ ਸੰਸਾਰ ਰੂਪੀ ਸਮੁੰਦਰ ਹੈ ਤੋਂ ਪਾਰ ਨਹੀਂ ਹੁੰਦੇ, ਮੋਹ ਦੇ ਵੱਜੇ ਹੋਏ ਵਿੱਚੇ ਡੁਬਕੀਆਂ ਲਾਉਂਦੇ ਫਿਰਦੇ ਆ, ਗੋਤੇ ਖਾਂਦੇ ਜੂਨਾਂ ਵਿੱਚ। ਦੋਹਰਾ ਵਾਹਿਗੁਰੂ ਸਤਨਾਮ ਜੋ ਮਨ ਸੋਜਣ ਜਾਏ। ਇਹ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰੋ, ਇਹ ਸੰਸਾਰ ਸਮੁੰਦਰ ਜੋ ਹੈ ਇਹਦੇ ਵਿੱਚ ਸਾਰੇ ਦੁਖੀ ਹੈ, ਕੋਈ ਸੁਖੀ ਵੀ ਹੈ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਹਾਂ ਭਾਈ ਮਰਦਾਨਿਆ, ਸੁਖੀ ਹਨ। ਕਹਿੰਦੇ ਮਹਾਰਾਜ ਕੌਣ? ਜਿਹੜੇ ਕਰਤੇ ਦੇ ਨਾਮ ਨੂੰ ਜਪਦੇ ਹੈ, ਉਹਦੇ ਨਾਮ ਸਿਮਰਨ ਭਜਨ ਬੰਦਗੀ ਦੇ ਆਸਰੇ ਤੇ ਵਾਹਿਗੁਰੂ ਦੇ ਭਾਣੇ ਨੂੰ ਸਤ ਕਰਕੇ ਮੰਨਦੇ, ਉਹ ਸੁਖੀ ਹਨ। ਔਰ ਕਰਮ ਲੇਖੈ ਬਿਖੈ ਨਹਿ ਕੋ ਛੁਟਨ ਉਪਾਏ। ਬਾਕੀ ਸਾਰੇ ਕਰਮ ਲੇਖੇ ਵਿੱਚ ਹਿਸਾਬ ਕਿਤਾਬ ਕਰਮਾਂ ਦਾ ਦੇਣਾ ਪੈਣਾ ਹੈ। ਸਿਮਰਨ ਭਜਨ ਬੰਦਗੀ ਦੇ ਆਸਰੇ ਤੇ ਜਿਹੜੇ ਜੀਵ ਜਿਉਂਦੇ ਹੈ,
ਭਾਣੇ ਵਿੱਚ ਰਹਿ ਕੇ ਜੀਵਨ ਬਤੀਤ ਕਰਦੇ ਉਹ ਸੁਖੀ ਹੈ। ਬਾਕੀ ਸਭ ਕਰਮਾਂ ਦੇ ਬੰਧਨ ਵਿੱਚ ਬੰਧੇ ਹੋਏ ਜੀਵ ਦੁੱਖ ਭੋਗ ਰਹੇ ਹਨ। ਚਉਪਈ ਹਿਰਦੇ ਸੁਧ ਸੇਵਹਿ ਸ਼੍ਰੀ ਨਾਮੋ। ਜਿਹੜੇ ਸੁਧ ਹਿਰਦੇ ਦੇ ਨਾਲ ਕਰਤੇ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਦੇ ਐ ਨਹਿ ਤਿਨ ਕੋ ਲੇਖੈ ਸੋ ਕਾਮੋ। ਤੇ ਉਹਨਾਂ ਦਾ ਹਿਸਾਬਾਂ ਕਿਤਾਬਾਂ ਨਾਲ ਕੋਈ ਕੰਮ ਨਹੀਂ ਹੈ। ਬਾਬਾ ਇਹੋ ਲੇਖਾ ਲਿਖ ਜਾਣ ਕਿਹੜਾ, ਜਿਹਦੇ ਲਿਖਣ ਦੇ ਨਾਲ ਸਾਰੇ ਬੰਧਨ ਖਤਮ ਹੋ ਜਾਣ, ਸਾਰੇ ਹਿਸਾਬ ਕਿਤਾਬ ਮੁੱਕ ਜਾਣ। ਜਿਹੜੇ ਇਹੋ ਜਿਹੇ ਗੁਰਮੁਖ ਪਿਆਰੇ ਨਾਮ ਸਿਮਰਨ ਭਜਨ ਕਰਦੇ ਉਹ ਇਸ ਲੇਖੇ ਵਿੱਚ ਨਹੀਂ ਆਉਂਦੇ, ਹਿਸਾਬਾਂ ਕਿਤਾਬਾਂ ਵਿੱਚ ਨਹੀਂ ਆਉਂਦੇ ਹਨ, ਪਰ ਸੁੱਧ ਹਿਰਦੇ ਨਾਲ ਨਾਮ ਜਪਣ ਵਾਲੇ। ਧਰਮ ਰਾਏ ਕੋ ਕਾਗਦ ਫਾਰੈ। ਤੇ ਉਹ ਧਰਮ ਰਾਏ ਜਿਹੜਾ ਹੈ ਨਾ ਉਹਨਾਂ ਦੇ ਸਾਰੇ ਕਾਗਜ਼ ਪਾੜ ਦਿੰਦਾ, ਹਿਸਾਬ ਕਿਤਾਬ ਦੇ ਰਜਿਸਟਰ ਜਿਹੜੇ ਅੱਗ ਲਾ ਕੇ ਸਾੜ ਦਿੰਦਾ ਵੀ ਇਹਨਾਂ ਦਾ ਲੇਖਾ ਹੋ ਗਿਆ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹਨਾਂ ਦਾ ਲੇਖਾ ਕਰ ਦਿੱਤਾ, ਹੁਣ ਇਹਨਾਂ ਦਾ ਦੁਬਾਰਾ ਲੇਖਾ ਮੈਂ ਨਹੀਂ ਕਰ ਸਕਦਾ। ਜਾਵਤ ਪੰਥ ਨਾ ਕੋ ਅਟਕਾਰੈ। ਤੇ ਉਹਨਾਂ ਨੂੰ ਕਰਤੇ ਦੇ ਰਸਤੇ ਤੇ ਜਾਂਦਿਆਂ ਹੋਇਆਂ ਕੋਈ ਰੋਕ ਨਹੀਂ ਸਕਦਾ। ਰੇਰੇ ਦਰਗਹ ਕਹੇ ਨਾ ਕੋ ਆਓ ਬੈਠ ਆਦਰ ਸਭ ਦੇ। ਸਾਰੇ ਜਿਉ ਆਇਆ ਗੁਰਸਿੱਖਾ, ਜਿਉ ਆਇਆ, ਸਾਰੇ ਲੇਖੇ ਤੇਰੇ ਸਾਫ਼ ਹੋ ਗਏ, ਜਿਉ ਆਇਆ। ਐ ਸਤਿਕਾਰ ਕਰਦੇ ਕਰਤੇ ਪੁਰਖ ਨਿਰੰਕਾਰ ਦੇ ਦਰ ਘਰ ਸੱਚਖੰਡ ਨੂੰ ਜਾਣ ਦੇ ਰਸਤੇ ਵਿੱਚੋਂ ਕੋਈ ਵੀ ਨਹੀਂ ਉਹਨਾਂ ਨੂੰ ਰੋਕਦਾ ਹੈ। ਸਿਮਰਨ ਭਜਨ ਬੰਦਗੀ ਕਰਨ ਵਾਲਿਆਂ ਨੂੰ, ਸੇਵਾ ਪੁੰਨ ਦਾਨ ਕਰਨ ਵਾਲਿਆਂ ਨੂੰ। ਇਸੇ ਪ੍ਰਕਾਰ ਸਾਰ ਸੁਨ ਕਰ ਕੈ। ਇਹ ਸਾਰਾ ਬਾਚਨ ਸੁਣਿਆ। ਰਿਓ ਸ਼ਾਹ ਪਗ ਪਰ ਸਿਰ ਧਰ ਕੈ। ਉਹ ਜਿਹੜਾ ਸ਼ਾਹੂਕਾਰ ਸੀ ਨਾ, ਜਿਹਨੂੰ ਕਿਹਾ ਸੀ ਭਾਈ ਮਰਦਾਨੇ ਨੇ ਵੀ ਮਹਾਰਾਜ ਇਹ ਤੇ ਬੜਾ ਸੌਖਾ, ਦੇਖੋ ਕਿੰਨੇ ਨੌਕਰ ਚਾਕਰ ਤੇ ਹੀਰੇ ਜਵਾਹਰਾਤਾਂ ਦੇ ਗਹਿਣੇ ਪਹਿਨੇ ਹੋਏ ਐ, ਤੇ ਤੁਸੀਂ ਕਹਿੰਦੇ ਦੁਖੀ ਸਾਰੇ, ਤੇ ਇਹਦੇ ਬੜਾ ਸੁਖੀ। ਮਹਾਰਾਜ ਕਹਿੰਦੇ ਪੁੱਛ ਲਾ। ਪੁੱਛਿਆ ਤੇ ਭੁੱਬਾਂ ਮਾਰ ਕੇ ਰੋ ਪਿਆ। ਆਰੰਭ ਦੇ ਵਿੱਚ ਜਿਵੇਂ ਦਾਸ ਨੇ ਬੇਨਤੀ ਕੀਤੀ ਵੀ ਮਹਾਰਾਜ ਇਹ ਦੁੱਖ ਹੈ ਮੈਨੂੰ, ਫਿਰ ਸਤਿਗੁਰਾਂ ਨੇ ਕਿਰਪਾ ਕੀਤੀ ਸੀ ਵੀ ਸਾਰੇ ਲੋਕ ਹੀ ਦੁਖੀ ਹੈ ਭਾਈ, ਉਹ ਪਰਮੇਸ਼ਵਰ ਦੇ ਭਾਣੇ ਵਿੱਚ ਰਹਿਣ ਵਾਲਾ ਸੁਖੀ ਹੈ, ਬਾਕੀ ਸਾਰੇ ਦੁਖੀ। ਇਹ ਬਚਨ ਸ਼ਾਹੂਕਾਰ ਨੇ ਸੁਣੇ। ਤੁਮਰੇ ਬਚ ਸਾਬੁਨ ਸਮਸਰਹਿ। ਕਹਿਣ ਲੱਗੇ ਹੈ ਸੱਚੇ ਪਾਤਸ਼ਾਹ ਮਹਾਰਾਜ, ਇਹ ਤੁਹਾਡੇ ਜਿਹੜੇ ਬਚਨ ਹਨ ਨਾ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਕਰਨ ਵਾਲੇ ਹੈ। ਡਿੱਗਦੇ ਢਹਿੰਦੇ ਮਨ ਦੇ ਮੰਦਰ ਨੂੰ ਥੰਮੀ ਦੇਣ ਵਾਲਾ ਆਸਰਾ ਹਨ ਸੱਚੇ ਪਾਤਸ਼ਾਹ ਤੁਹਾਡੇ ਬਚਨ। ਮਨ ਮਲਿਨ ਪਟ ਉਜਲ ਕਰਹਿ। ਇਹ ਸੱਚੇ ਪਾਤਸ਼ਾਹ ਤੁਸੀਂ ਬੜੀ ਕਿਰਪਾ ਕੀਤੀ। ਤੁਹਾਡੇ ਬਚਨ ਜਿਹੜੇ ਨੇ ਸਾਬਣ ਵਰਗੇ ਹੈ। ਜਿਵੇਂ ਕੱਪੜਾ ਗੰਦਾ ਹੁੰਦਾ ਹੈ ਨਾ, ਉਹ ਸਾਬਣ ਦੇ ਨਾਲ ਧੋਈਏ ਪਾਣੀ ਵਿੱਚ ਪਾ ਕੇ ਸ਼ੁੱਧ ਹੋ ਜਾਂਦਾ ਹੈਗਾ। ਇਸੇ ਤਰ੍ਹਾਂ ਇਹ ਜਿਹੜੇ ਤੁਸੀਂ ਬਾਣੀ ਉਚਾਰਨ ਕੀਤੀ ਹੈ ਮਹਾਰਾਜ, ਮੇਰੇ ਵਰਗੇ ਕਪਟੀਆਂ ਛਲੀਆਂ ਦੇ ਹਿਰਦੇ ਜਿਹੜੇ ਗੰਦੇ ਹੋਏ ਪਏ ਨੇਗੇ, ਉਹਨਾਂ ਨੂੰ ਉਜਲ ਕਰਨ ਵਾਸਤੇ, ਸਵੱਛ ਕਰਨ ਵਾਸਤੇ, ਪਵਿੱਤਰ ਕਰਨ ਵਾਸਤੇ ਇਹ ਤੁਹਾਡੇ ਬਚਨ ਹਨ ਜੀ। ਚਲਹੁ ਅਬੈ ਮਮ ਸਦਨ ਬਚਿਤਰਾ। ਇਹ ਮਹਾਰਾਜ ਹੁਣ ਕਿਰਪਾ ਕਰੋ, ਮੇਰੇ ਦੁੱਖ ਕੱਟੋ। ਮੇਰੀ ਘਰਵਾਲੀ ਮਨਮਾਨੀਆਂ ਕਰਦੀ ਹੈ, ਮੇਰਾ ਬਚਨ ਨਹੀਂ ਸੁਣਦੀ। ਉਹ ਵੀ ਸਮਾਂ ਸੀ ਜਦ ਅਸੀਂ ਇੱਕ ਦੂਜੇ ਦੇ ਸਾਹ ਦੇ ਨਾਲ ਸਾਹ ਲੈਂਦੇ, ਜੰਮਣ ਮਰਨ ਦਾ ਸਾਡਾ ਪਰਨ ਸੀ। ਇਹ ਕਾਰਜ ਹੋਣ ਤੋਂ ਬਾਅਦ ਮਹਾਰਾਜ ਮੈਨੂੰ ਨਫ਼ਰਤ ਬਹੁਤ ਕਰਦੀ ਹੈ। ਮੇਰਾ ਕੋਈ ਬਚਨ ਸੁਣਦੀ ਮੰਨਦੀ ਨਹੀਂ, ਮੰਨਦੀਆਂ ਮੌਜਾਂ ਵਿੱਚ ਰਹਿੰਦੀ ਹੈ। ਕਿਰਪਾ ਕਰੋ ਮਹਾਰਾਜ, ਮੇਰੇ ਘਰੇ ਚੱਲ ਕੇ ਮੇਰੀ ਘਰਵਾਲੀ ਨੂੰ ਉਪਦੇਸ਼ ਦੇਵੋ। ਪਾਏ ਪਾਏ ਕੈ ਕਰਹੁ ਪਵਿੱਤਰਾ। ਇਹ ਸੱਚੇ ਪਾਤਸ਼ਾਹ ਮਹਾਰਾਜ, ਉਹ ਵੀ ਕਿਤੇ ਤੁਹਾਡੇ ਚਰਨਾਂ ਤੇ ਪੈ ਕੇ ਪਾਪਣ ਦਾ ਉਧਾਰ ਹੋ ਜਾਵੇ, ਪਵਿੱਤਰ ਹੋ ਜਾਵੇ। ਬੜੇ ਭਾਗ ਜਾਗੇ ਤੁਮ ਆਏ। ਇਹ ਸੱਚੇ ਪਾਤਸ਼ਾਹ ਮਹਾਰਾਜ, ਸਾਡੇ ਕੋ ਪੂਰਵ ਜਨਮ ਦੇ ਪਤਾ ਨਹੀਂ ਕਿੰਨੇ ਕੁ ਚੰਗੇ ਕਰਮ ਕੀਤੇ ਐ, ਜਿਹਦੇ ਕਰਕੇ ਤੁਸੀਂ ਕਿਰਪਾ ਕੀਤੀ, ਆਣ ਕੇ ਦਰਸ਼ਨ ਦਿੱਤੇ ਹਨ। ਸਰਬ ਸਾਰ ਕੇ ਬਚਨ ਸੁਨਾਏ। ਇਹ ਸਾਰੇ ਮਹਾਰਾਜ ਸ੍ਰੇਸ਼ਟ ਬਚਨ ਤੇ ਸਾਰਿਆਂ ਦਾ ਨਿਚੋੜ ਜੋ ਹੈ ਉਹ ਕਿਰਪਾ ਕਰਕੇ ਮੈਨੂੰ ਬਖਸ਼ਿਸ਼ ਕੀਤਾ ਹੈ। ਸੁਨ ਕਰ ਬਿਨੈ ਪ੍ਰਭੂ ਸੁਖ ਕਾਰੇ। ਇਹ ਬਚਨ ਸ਼ਾਹੂਕਾਰ ਦੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਸੁਣੇ। ਗਮਨੇ ਤਾਂਕੇ ਸਦਨ ਮਝਾਰੇ। ਤੇ ਉਸ ਸ਼ਾਹੂਕਾਰ ਦੇ ਘਰੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਹੈ, ਜਾ ਕੇ ਚਰਨ ਪਾਏ ਹੈ। ਕਿਵੇਂ ਨਿਹਾਲ ਕਰਦੇ ਹੈ ਉਹ ਸ਼ਾਹੂਕਾਰ ਨੂੰ, ਕਿਵੇਂ ਤਾਰਦੇ ਹੈ। ਸਾਧ ਸੰਗਤ ਜੀ, ਆਮ ਕਹਾਵਤ ਹੈ ਕਿ ਗਰੀਬਾਂ ਦੇ ਯਾਰ ਗੁਰੂ ਨਾਨਕ ਸਾਹਿਬ। ਮੈਂ ਕਹਿੰਦਾ ਸਭ ਦੇ ਯਾਰ, ਜਿਹੜਾ ਵੀ ਯਾਦ ਕਰਦਾ ਉਸੇ ਦੇ ਯਾਰ। ਜਿਹਦਾ ਦੁਨੀਆ ਤੇ ਕੋਈ ਨਹੀਂ ਹੁੰਦਾ, ਇੱਕ ਵਾਰੀ ਹਿਰਦਾ ਸੁੱਧ ਕਰਕੇ ਕਹਿ ਦੇਵੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ,
ਉਹਦੀ ਮਾਂ ਵੀ ਗੁਰੂ ਨਾਨਕ, ਉਹਦਾ ਪਿਓ ਵੀ, ਉਹਦਾ ਯਾਰ ਵੀ, ਉਹਦੀ ਭੈਣ ਭਰਾ, ਦੁਨੀਆ ਦੀਆਂ ਸਾਰੀਆਂ ਹੀ ਸਾਂਝਾਂ ਉਹਦੇ ਨਾਲ ਗੁਰੂ ਨਾਨਕ ਸਾਹਿਬ ਪਾ ਲੈਂਦੇ। ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਧੰਨ ਗੁਰੂ ਨਾਨਕ ਸਾਹਿਬ ਜੀ ਦਇਆ ਕਰਨ, ਸਾਡੇ ਹਿਰਦਿਆਂ ਦੇ ਵਿੱਚ ਵਸਣ। ਸਾਡੇ ਮਨਾਂ ਦੇ ਵਿੱਚ ਜਿਹੜੇ ਜੰਜਾਲ ਲੱਗੇ ਹੋਏ ਆ, ਕੋੜੀ ਮਨ, ਕੰਗਾਲ ਵਰਗੇ ਮਨ ਹੋਏ ਹੋਏ ਆ, ਗਰੀਬ ਨਵਾਜ ਪਾਤਸ਼ਾਹ, ਕਿਉਂਕਿ ਜਿੱਥੇ ਸੁਗੰਧੀ ਹੁੰਦੀ ਉੱਥੇ ਦੁਰਗੰਧੀ ਨਹੀਂ ਰਹਿੰਦੀ ਹੈ। ਜਿੱਥੇ ਅਦਰ ਫਲੇਲ ਹੁੰਦਾ ਉੱਥੇ ਗੰਦੀ ਬਾਸ ਨਹੀਂ ਆ ਸਕਦੀ। ਜਿੱਥੇ ਗੁਰੂ ਦਾ ਵਾਸਾ ਹੋਵੇ ਉੱਥੇ ਵਿਕਾਰ ਨਹੀਂ ਆ ਸਕਦੇ। ਇਹ ਮੂਲ ਮੁੱਢ ਪਵਾੜੇ ਦੀ ਜੜ ਸਾਰੇ ਵਿਕਾਰ ਹਨ ਜਿਹੜੇ ਹਿਰਦੇ ਵਿੱਚ ਉਤਪੰਨ ਹੁੰਦੇ ਆ। ਜਿੱਥੇ ਗੁਰੂ ਨਾਨਕ ਪਾਤਸ਼ਾਹ ਦਾ, ਕਲਗੀਧਰ ਪਿਤਾ ਦਾ, ਗੁਰਬਾਣੀ ਦਾ ਵਾਸਾ ਹੋ ਜਾਵੇ, ਵਿਕਾਰ ਆਪਣੇ ਆਪ ਹੀ ਭੱਜ ਜਾਂਦੇ। ਸਤਿਗੁਰੂ ਕਿਰਪਾ ਕਰਨ, ਸਾਡੇ ਹਿਰਦੇ ਵਿੱਚ ਗੁਰੂ ਕਾ ਉਪਦੇਸ਼, ਗੁਰੂ ਕੀ ਬਾਣੀ ਵਸੇ, ਤਾਂ ਸਾਡਾ ਰਹਿੰਦਾ ਜਿਹੜਾ ਜੀਵਨ ਹੈ ਇਹ ਸਫਲ ਹੋ ਸਕੇ। ਭੁੱਲਾਂ ਚੁੱਕਾਂ ਦੀ ਖਿਮਾ, ਅੱਗੇ ਤੋਂ ਸਮਤ ਬਖਸ਼ਣੀ, ਪਿਆਰ ਸਤਿਕਾਰ ਸਹਿਤ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁਤ ਹੈ ਪਾਰ ਬ੍ਰਹਮ ਅਵਨਾਸੀ, हे पूरन हे सर्व मैं दुख भंजन गुण, हे संगी हे निरंकार, हे निर्गुण सब, हे गोविंद हे गुण निधान, झांकै सदा।